ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਦੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖੋ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੇ ਜਾਈ ਰਹਾ, ਤੁਰ ਕੀ ਬਾਣੀ ਆਏ। ਤਿਨ ਸਗਲੀ ਚਿੰਤ ਮਿਟਾਏ, ਦਇਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਖਾਨਾ, ਤੁਰ ਕੇ ਬਾਣੀ ਆਈ। ਤਿਨ ਸਗਲੇ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ, ਜਿੱਥੇ ਸ਼੍ਰੀ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ, ਗੁਰੂ ਕੀ ਬਾਣੀ ਦਾ ਕੀਰਤਨ ਔਰ ਗੁਰ ਇਤਿਹਾਸ ਦੀ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਹਨ। ਆਪ ਜੀ ਦੇ ਨਾਲ ਇਤਿਹਾਸ ਦੁਆਰਾ ਵਿਚਾਰ ਕਰ ਰਹੇ ਸੀ। ਖਾਲਸੇ ਰਾਜ ਬਾਰੇ ਵੀ, ਕਿਸ ਤਰ੍ਹਾਂ ਰਾਜ ਪੈਦਾ ਹੋਇਆ, ਕਿਵੇਂ ਗਿਆ। ਕਿਉਂਕਿ ਜਿੱਥੇ ਸਾਡੀ ਕੌਮ ਦੇ ਵਿੱਚ ਬੜੇ ਬੜੇ ਯੋਧੇ ਜਰਨੈਲ ਕੁਰਬਾਨੀ ਵਾਲੇ ਹੈ, ਉੱਥੇ ਗਦਾਰਾਂ ਦੀ ਵੀ ਕਮੀ ਨਹੀਂ ਕਿ ਜਦੋਂ ਕੋਈ ਕਾਰਜ ਸਿਰੇ ਤੇ ਪਹੁੰਚਾ, ਉਸ ਵੇਲੇ ਉਹਨਾਂ ਨੇ ਲੋਭ ਲਾਲਚ ਵਿੱਚ ਆ ਕੇ ਕਿਸ ਤਰ੍ਹਾਂ ਦੇ ਵਾਤਾਵਰਨ ਬਣਾਏ। ਹੁਣ ਬੰਦਾ ਬਹਾਦਰ ਇੱਧਰ ਸਾਰਾ यूपी हरियाणा
ਪੰਜਾਬ 22 ਤਾਰ ਦੀਆਂ ਜਿਹੜੀਆਂ 22 ਪਹਾੜੀ ਰਾਜਿਆਂ ਦੇ ਰਾਜ ਸੀ, ਜਿੱਤਣ ਤੋਂ ਬਾਅਦ ਪਠਾਨਕੋਟ, ਗੁਰਦਾਸਪੁਰ ਤੇ ਲਾਹੌਰ ਵੱਲ ਮੂੰਹ ਕੀਤਾ ਹੋਇਆ ਸੀ। ਉਸ ਵੇਲੇ ਫਿਰ ਸਰਕਾਰਾਂ ਦੀ ਜਿਹੜੀ ਨੀਤੀ ਹੁੰਦੀ ਹੈ ਉਹ ਬੰਦਿਆਂ ਨੂੰ ਪਾੜ ਲੈਂਦੀ ਹੈ। ਉਸ ਵੇਲੇ ਵੀ ਐਸਾ ਵਾਤਾਵਰਨ ਬਣਿਆ ਕਿ ਸਾਡੇ ਬਾਬਰ ਨੂੰ ਬਾਬਾ ਨਾਨਕ ਜੀ ਨੇ ਵਰ ਦਿੱਤਾ ਸੀ, ਅਸੀਂ ਵੀ ਬਾਬੇ ਦੇ ਹਾਂ, ਤੁਸੀਂ ਵੀ, ਇਹ ਤੁਹਾਡੇ 'ਚ ਆ ਕੇ ਕਿੱਧਰੋਂ ਫਸ ਗਿਆ। ਔਰ ਇਹਨਾਂ ਨੂੰ ਖੁੱਲ੍ਹੀ ਮਾਇਆ ਦੇ ਦਿੱਤੀ ਤੇ ਉਹਨਾਂ ਨੂੰ ਸੁਰੱਖਿਅਤ ਕੱਢਿਆ। ਉਹ 8 ਮਹੀਨੇ ਫਿਰ ਯੁੱਧ ਜੰਗ ਲੜਦੇ ਰਹੇ। ਰਾਸ਼ਨ ਪਾਣੀ, ਹਥਿਆਰਾਂ ਦੀ ਕਮੀ ਹੋਣ ਦੇ ਕਾਰਨ ਸਰਕਾਰ ਨੇ 8 ਮਹੀਨੇ ਘੇਰਾ ਪਾ ਛੱਡਿਆ। ਅਖੀਰ ਸਮਾਂ ਇਸ ਤਰ੍ਹਾਂ ਦਾ ਬਣ ਗਿਆ, ਗ੍ਰਿਫਤਾਰ ਹੋ ਗਏ ਔਰ ਸ਼ਹੀਦੀਆਂ ਦੇ ਦਿੱਤੀਆਂ ਤੇ ਖਾਲਸੇ ਦੀ ਆਨ ਸ਼ਾਨ ਨੂੰ ਬੱਟਾ ਨਹੀਂ ਲੱਗਣ ਦਿੱਤਾ, ਕਿਉਂਕਿ ਮਹਾਰਾਜ ਦੀ ਆਸ਼ੀਰਵਾਦ ਨਾਲ ਆਏ ਸੀ ਔਰ 850 ਸਾਲ ਦੀ ਇਹਨਾਂ ਦੀ ਹੁਕੂਮਤ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਿੰਦੁਸਤਾਨ ਵਿੱਚ 365 ਰਿਆਸਤਾਂ ਸੀਆਂ। ਸਾਰਿਆਂ ਨੇ ਇਹਨਾਂ ਦਾ ਦਾਸਾ ਭਾਵ ਮੁਗਲਾਂ ਦਾ ਕਬੂਲ ਕੀਤਾ ਹੋਇਆ ਸੀ ਤੇ ਮਹਾਰਾਜ ਦੀ ਆਸ਼ੀਰਵਾਦ ਦੇ ਨਾਲ 8 ਸਾਲਾਂ ਵਿੱਚ ਉਹ ਕੰਮ ਕੀਤਾ ਜੋ ਦੁਨੀਆ ਦੇ ਇਤਿਹਾਸਕਾਰ ਮੂੰਹ 'ਚ ਉਂਗਲਾਂ ਪਾ ਕੇ ਸੋਚਦੇ ਹੈ ਕਿ ਹਿੰਦੁਸਤਾਨ ਦੇ ਅੰਦਰ ਪਹਿਲੀ ਵਾਰੀ ਐਡਾ ਵੱਡਾ ਇਨਕਲਾਬ ਤੇ ਰੈਵੋਲੂਸ਼ਨ ਆਇਆ। ਔਰ ਸਰਹੰਦ ਜਿਹੜਾ ਸੀ ਸਾਰੇ ਹਿੰਦ 52 ਪਰਗਣੇ ਦੇ ਅਧੀਨ ਸੀ, ਇਹਨਾਂ ਦਾ ਗੜ੍ਹ ਸੀ ਤੇ ਸਰਹੰਦ ਤੇ ਸਡੌਰਾ, ਸਮਾਣਾ, ਜਿੱਥੇ ਗੁਰੂ ਘਰ ਦੇ ਦੋਖੀ ਰਹਿ ਰਹੇ ਸੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਤਲਵਾਰਾਂ ਚਲਾਉਣ ਵਾਲੇ ਜਲਾਦ, ਮਾਤਾ ਜੀ, ਸਾਹਿਬਜ਼ਾਦੇ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਾਇਆ। ਔਰ 1708 ਵਿੱਚ 10ਵੇਂ ਪਾਤਸ਼ਾਹ ਨੇ ਇਹਨੂੰ ਅੰਮ੍ਰਿਤ ਛਕਾ ਕੇ ਇੱਧਰ ਭੇਜਿਆ। ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਗਦੀ ਦੇ ਕੇ ਜੋਤੀ ਜੋਤ ਸਮਾ ਗਏ ਤੇ 1710 ਦੇ ਵਿੱਚ ਸਰਹੰਦ ਫਤਿਹ ਕੀਤੀ ਹੈ। ਔਰ ਇਹਨਾਂ ਦੋਖੀਆਂ ਨੂੰ ਵਜ਼ੀਰ ਖਾਂ, ਰਜੀਤ ਖਾਂ ਦਾ ਭਰਾ, ਸੁੱਚਾ ਨੰਦ ਆਦਿਕ, ਇਹ ਜਲਾਲਦੀਨ, ਸ਼ਾਹ ਬਾਸ਼ਲਵੇਗ, ਜਾਨੀ ਮਾਨੀ ਖਾਂ, ਗੰਗੂ ਆਦਿਕ ਸਾਰਿਆਂ ਦੀ ਕਰਨੀ ਦੇ ਫਲ ਭੁਗਤਾਏ ਹੈ। ਫਿਰ ਖਾਲਸਾ ਰਾਜ ਦੀ ਰਾਜਧਾਨੀ ਜਿਹੜਾ ਮੁਗਲਗੜ੍ਹ ਕਿਲ੍ਹਾ ਸੀ ਨਾ, ਇਹ ਸ਼ਾਹਜਹਾਂ ਦੇ ਜਰਨੈਲ ਨੇ ਬਣਾਇਆ ਸੀ ਕਿ ਅਸੀਂ ਤਾਂ ਉੱਥੇ ਗਏ ਹਾਂ, ਸਾਰਾ ਦੇਖਿਆ। ਹਾਲੇ ਵੀ ਉੱਥੇ ਉਹ 52 ਮੋਰਚੇ ਜਿਵੇਂ ਬੰਦਾ ਬਹਾਦਰ ਬਹਿੰਦਾ ਸੀ ਤੇ ਨਿਸ਼ਾਨ, ਔਰ ਨਦੀ ਹੈ ਕਪਾਲ ਮੋਚਨ ਦੇ ਨੇੜੇ ਹੈ ਤੇ ਸਿੱਧੀ ਪਹਾੜੀ ਹੈ, ਜੰਗਲ ਹੈ, ਬਿਆਵਾਨ। ਔਰ ਉੱਥੇ ਫਿਰ ਉਹ ਉੱਚੀ ਪਹਾੜੀ ਤੇ ਇੱਕ ਨਿਸ਼ਾਨ ਸਾਹਿਬ ਹੁੰਦਾ ਸੀ, ਉਹਦੇ ਤੇ ਇੱਕ ਮਿਸਾਲ ਜਗਦੀ ਸੀ। ਉਹ ਮਿਸਾਲ ਦੀ ਸੇਧ ਲੈ ਕੇ ਫਿਰ ਉਹ ਆਉਂਦੇ ਸੀ ਉੱਥੇ ਜੰਗਲ ਹਨੇਰੇ ਦੇ ਵਿੱਚ। ਤੇ ਅੱਜ ਵੀ ਉਹ ਮੋਰਚਿਆਂ ਦੇ ਨਿਸ਼ਾਨ ਉੱਥੇ ਹੈਗੇ ਆ, ਜਿਵੇਂ ਉਹ ਬੈਠਦਾ ਸੀ, ਜਿਵੇਂ ਉਹਦਾ ਉਹ ਫੌਜੀ ਪ੍ਰਬੰਧ ਸੀਗਾ। ਸੋ ਇਸ ਵਾਸਤੇ ਇਸ ਜਗ੍ਹਾ ਨੂੰ ਉਹਨਾਂ ਨੇ ਸੁਰੱਖਿਅਤ ਜਾਣ ਕੇ ਰਾਜਧਾਨੀ ਬਣਾ ਕੇ ਇਹਦਾ ਨਾਂ ਲੋਹਗੜ੍ਹ ਰੱਖਿਆ ਸੀ। ਔਰ ਫਿਰ ਦਾਮਲਾ ਪਿੰਡ ਆ,
ਜਿੱਥੇ ਖਾਲਸਾ ਰਾਜ ਦੇ ਸਿੱਕੇ ਖੜੇ ਗਏ ਆ। ਔਰ ਫਿਰ ਸਿੱਕਾ ਜਿਹੜਾ ਸੀ ਉਹ ਗੁਰੂ ਮਹਾਰਾਜ ਦੇ ਨਾਂ ਤੇ ਚਲਾਇਆ। ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਗ ਤੇਗ ਫਤਿਹ। ਨੁਸਰਤ ਬੇਦਰੰਗ ਜ਼ਾਫਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਇਹ ਮੋਹਰ ਦੇ ਅੱਖਰ ਹੈ ਖਾਲਸੇ ਰਾਜ ਦੇ। ਉਹ ਮੋਹਰ ਹਾਲੇ ਹੈਗੀ ਹੈ ਉਹਨਾਂ ਦੇ ਜਿਹੜੇ ਬੰਸਜ ਆ, ਕਿਉਂਕਿ ਇੱਕ ਤਾਂ ਉਹਨਾਂ ਦੇ ਧਰਮ ਪਤਨੀ ਮਹਾਰਾਜਾ ਉਦੇ ਸੈਨ ਜਿਹੜਾ ਚੰਬੇ ਦਾ ਰਾਜਾ ਸੀ, ਉਹਦਾ ਭਰਾ ਸੀ ਪ੍ਰਤਾਪ ਸਿੰਘ, ਉਹਦੀ ਲੜਕੀ ਸੀ। ਉਹ ਚੰਬੇ ਵਾਲੇ ਰਾਜੇ ਨੇ ਆਪ ਇਹਦੇ ਨਾਲ ਉਹਦੀ ਸ਼ਾਦੀ ਕੀਤੀ ਹੈ। ਉਹਨਾਂ ਤੋਂ ਬਾਬਾ ਅਜੇ ਸਿੰਘ ਦਾ ਜਨਮ ਹੋਇਆ। ਇਹ ਗੁਰਦਾਸ ਨੰਗਲੋਂ ਮਾਤਾ ਜੀ ਵੀ ਜੰਗ ਦੇ ਵਿੱਚ ਸ਼ਾਮਿਲ ਸੀ, ਸੂਰਵੀਰ ਸੀਗੇ, ਅਤੇ ਉਹਨਾਂ ਦੀ ਸ਼ਹੀਦੀ ਵੀ ਦਿੱਲੀ ਹੋਈ ਹੈ। ਅਤੇ ਉਹ ਬੱਚੇ ਦਾ ਜਿਵੇਂ ਕਾਲਜਾ ਉਹਦੇ ਮੂੰਹ 'ਚ ਤੁੰਨਿਆ ਜਾਂ ਅੰਦਰਾਂ, ਉਹ ਸਾਰੇ ਭਲੀ ਭਾਂਤ ਆਪ ਜਾਣਦੇ। ਦੂਜੀ ਮਾਤਾ ਜਿਹੜੀ ਸੀ ਉਹਦਾ ਨਾਮ ਸਾਹਿਬ ਕੌਰ ਸੀ, ਅਤੇ ਉਹ ਤੋਂ ਰਣਜੀਤ ਸਿੰਘ ਦਾ ਜਨਮ ਹੋਇਆ। ਉਹ ਫਿਰ ਜਿੱਥੇ ਉਹਨਾਂ ਦਾ ਤਪ ਸਥਾਨ ਰਿਆਸੀ ਆ ਜੰਮੂ ਕਸ਼ਮੀਰ, ਉੱਥੇ ਉਹ ਰਹੇ ਆ। ਅੱਜ ਵੀ ਉਹ 4 ਪਲੰਗ ਮੌਜੂਦ ਆ ਅਤੇ ਦੋਨੇ ਸੁੱਕ ਮਾਂਜ ਕਰਕੇ ਭਰ ਕੇ ਉੱਥੇ ਰੱਖਦੇ ਆ। ਅਤੇ ਉਹਨਾਂ ਦੇ ਹੱਥਾਂ ਦਾ ਬਾਬਾ ਜੀ ਦੇ ਨਿਸ਼ਾਨ ਝਲਾਇਆ ਹੋਇਆ 48 ਫੁੱਟ ਉੱਚਾ ਆ। ਉਹ ਚੀਲ ਜਾਂ ਦਿਆਰ ਦੀ ਲੱਕੜ ਆ। 300 ਸਾਲ ਹੋ ਗਿਆ, ਹਾਲੇ ਤੱਕ ਉਵੇਂ ਕਿਵੇਂ ਆ, ਉਵੇਂ ਸਿੰਗ ਛੱਡਦੀ ਨਹੀਂ। ਕਮਾਈ ਵਾਲੇ ਜਿਹੜੇ ਉੱਥੇ ਉਹਨਾਂ ਨੇ ਤਪ ਕੀਤਾ, ਉਹ ਬੋਹੜ ਦੇ ਦਰਖਤ ਵੀ ਹੈਗੇ ਆ ਅਤੇ ਉਹਨਾਂ ਦਾ ਚੋਲਾ ਵੀ ਹੈ। 34 ਇੰਚ ਲੰਬੀ ਬਾਂਹ ਹੈ ਅਤੇ ਗਜ਼ਾਂ ਵਿੱਚ ਉਹਦਾ ਘੇਰਾ ਚੋਲੇ ਦਾ। ਢਾਲ ਵੀ ਹੈ। ਪੁਰਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਹੈ। ਔਰ ਜੋ ਮਹਾਰਾਜ ਨੇ ਸ੍ਰੀ ਸਾਹਿਬ ਬਖਸ਼ੀ ਉਹ ਵੀ ਹੈ। ਜਿਨ੍ਹਾਂ ਵਜੀਦ ਖਾਨ ਦਾ ਸਿਰ ਵੱਢਿਆ ਉਹ ਵੀ ਹੈ। ਅਤੇ ਬਾਕੀ 5 ਤੀਰਾਂ 'ਚੋਂ ਇੱਕ ਤੀਰ ਵੀ ਆ। ਹੁਕਮ ਸੀ ਵੀ ਇਹ ਸਾਰੇ ਨਹੀਂ ਚਲਾਉਣੇ, ਇੱਕ ਹੈਗਾ। ਔਰ ਇੱਕ ਲੋਹੇ ਦੀ ਵਰਦੀ ਨੂੰ ਚੀਰਨ ਵਾਲਾ, ਜਿਵੇਂ ਤਿੱਖਾ ਕੋਈ ਸੂਆ ਹੁੰਦਾ ਨਾ, ਇਸ ਤਰ੍ਹਾਂ ਦਾ ਵੀ ਹੈਗਾ। ਸੋ ਇਹ ਨਿਸ਼ਾਨੀਆਂ ਅੱਜ ਵੀ ਉੱਥੇ ਉਹਨਾਂ ਦੇ, ਅਤੇ ਉਹ ਮੋਹਰ ਵੀ ਹੈ ਖਾਲਸਾ ਰਾਜ ਦੀ, ਜਿਹੜੀ ਉਸ ਵੇਲੇ ਉਹ ਲਾਉਂਦੇ ਸੀ। ਜਿਹੜੇ ਹਮ ਪੜ੍ਹ ਕੇ ਸੁਣਾਏ ਆ, ਇਹੀ ਅਕਸ਼ਰ ਹੈਗੇ ਆ ਉਹਦੇ 'ਤੇ। ਸੋ ਇਸ ਵਾਸਤੇ ਜਦੋਂ ਵਿਸਾਖੀ ਹੁੰਦੀ ਹੈ, ਉਦੋਂ ਫਿਰ ਉਹ ਨਗਰ ਕੀਰਤਨ ਕੱਢਦੇ ਆ ਦਰਿਆ 'ਤੇ ਜਾ ਕੇ। ਇਹਨਾਂ ਸ਼ਾਸਤਰਾਂ ਦਾ ਫਿਰ ਉਹ ਇਸ਼ਨਾਨ ਵਗੈਰਾ ਉੱਥੇ ਕਰਾਉਂਦੇ ਆ, 5 ਪਿਆਰਿਆਂ ਦੇ ਸਮੇਤ ਜਾਂਦੇ ਆ। ਸੋ ਇਹ ਲੋਹਗੜ੍ਹ ਰਾਜਧਾਨੀ ਬਣਾ ਕੇ ਸਿੱਕਾ ਸੰਮਤ ਚਲਾਇਆ ਅਤੇ ਐਡਾ ਵੱਡਾ ਕੰਮ ਕੀਤਾ। ਪਰ ਸਰਕਾਰਾਂ ਜਿਹੜੀਆਂ ਫਿਰ ਉਹ ਬੰਦੇ ਖਰੀਦ ਲੈਂਦੀਆਂ, ਪਾਟਕ ਪਾ ਦਿੰਦੀਆਂ। ਉਸ ਤੋਂ ਬਾਅਦ ਫਿਰ ਮਿਸਲਾਂ ਸ਼ੁਰੂ ਹੋ ਗਈਆਂ। ਫਿਰ ਮਹਾਰਾਜਾ ਰਣਜੀਤ ਸਿੰਘ ਆ ਗਏ ਅਤੇ ਇਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਸੀ। ਜਦੋਂ ਉਹ ਅਕਾਲ ਚਲਾਣਾ ਕਰ ਗਏ ਅਤੇ ਉਸ ਵੇਲੇ ਫਿਰ ਵਿੱਚ ਸਿੰਘ ਉਹੋ ਜਿਹਾ ਸੀ, ਇਹ ਕਾਣੇ ਦਾ ਵੀ ਬੜਾ ਤੇਜ਼ ਤਾਪਿਆ। ਅਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਉਮਰ 11 ਸਾਲ ਸੀ। ਅਤੇ ਇਹਨਾਂ ਦੀ ਵੀ ਮਕਾਨ ਨਾਲ ਹੀ ਦੇ ਦਈਏ। ਅਤੇ ਬਾਬਾ ਸਾਹਿਬ ਸਿੰਘ ਬੇਦੀ ਊਨੇ ਵਾਲੇ ਉਸ ਵੇਲੇ ਪੰਥ ਵਿੱਚ ਮਾਨਨਿਕ ਸ਼ਖਸੀਅਤ ਸਨ। ਬੇਦੀ ਵੰਸ਼ ਗੁਰੂ ਨਾਨਕ ਸਾਹਿਬ ਦੀ 11ਵੀਂ ਪੀੜ੍ਹੀ ਵੰਸ਼ ਵਿੱਚ ਸੀਗੇ। ਉਹ ਵੀ ਮਕਾਨ ਵਾਸਤੇ ਆਏ ਸੀ ਅਤੇ ਮਾਤਾ ਰਾਜ ਕੌਰ ਨੇ ਦੇਖਿਆ ਵੀ ਅੱਜ ਇਹਨਾਂ ਦੀ ਕੋਈ ਬਦਨੀਤ ਨਜ਼ਰ ਆ ਰਹੀ ਹੈ ਅਤੇ ਮੇਰੇ ਪੁੱਤ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ।
ਉਹਨੇ ਫਿਰ ਬਾਬਾ ਸਾਹਿਬ ਸਿੰਘ ਬੇਦੀ ਦੀ ਸ਼ਰਨ ਭੇਜਿਆ। ਉਹਨੇ ਫਿਰ ਆਪਣੇ ਪਲੰਘ ਥੱਲੇ ਕਿਹਾ ਵੀ ਵੜ ਜਾ, ਉੱਤੇ ਦਿਸ਼ਾਲਾ ਪਾ ਦਿੱਤਾ। ਉਹ ਜਿਹੜੇ ਫਿਰ ਇਸ ਤਰ੍ਹਾਂ ਦੇ ਬੰਦੇ ਸੀ ਦੋਖੀ, ਕਹਿਣ ਲੱਗੇ ਬੇਦੀਆ ਸਾਡਾ ਦੋਸ਼ੀ ਦੇ। ਉਹ ਕਹਿਣ ਲੱਗੇ ਵੀ ਸਰਦਾਰ ਮੋਹਨ ਸਿੰਘ ਦੀ ਮਕਾਨ ਦੇਣਾ ਆ ਕਿ ਜਾਂ ਇਹ ਖੂਨ ਕਰਨਾ ਹੈ। ਉਹਨੇ ਬਾਬਾ ਜੀ ਤੇ ਗੋਲੀ ਚਲਾਤੀ। ਉਹ ਸਾਰੇ ਫਾਇਰ ਫਿਰ ਨਿਸਫਲ ਗਏ। ਬਾਬਾ ਜੀ ਨੇ ਫਿਰ ਇਹਨਾਂ ਨੂੰ ਬਚਨ ਵੀ ਕਰੜਾ ਜਿਹਾ ਕਹਿ ਦਿੱਤਾ ਸੀ, ਮਹਾਰਾਜ ਤਾਬਿਆ ਬੈਠੇ ਆ ਤੇ ਨਹੀਂ ਚੰਗਾ ਲੱਗਣਾ। ਸੋ ਇਸ ਵਾਸਤੇ ਫਿਰ ਮਹਾਰਾਜ ਹੁਣ ਅੱਜ ਤਾਂ ਸਾਡੀ ਕਿਰਿਆ ਹੋਰ ਬਣੀ ਜਾਂਦੀ ਨਾ ਕਿ ਅਸੀਂ ਰੂਮਾਂ ਦੀ ਬੇਅਦਬੀ ਕਰੀ ਜਾਂਦੇ ਹਾਂ ਤੇ ਦਸਤਾਰ ਕਿਨ ਸਜਾਉਣੀ ਆ। ਪੁਰਾਣੇ ਸਿੰਘ ਜਿਹੜੇ ਉਹ ਬੜੇ ਤਿਆਰ ਪਰ ਤਿਆਰ ਹੁੰਦੇ ਸੀ, ਕੇਸਕੀ ਵੀ, ਦੁਮਾਲਾ ਵੀ ਤੇ ਬੜੀਆਂ ਦਸਤਾਰਾਂ। ਤੇ ਬਾਬਾ ਜੀ ਨੇ ਫਿਰ ਇੱਕ ਦੁਮਾਲਾ ਲਾ ਕੇ ਮਹਾਰਾਜ ਰਣਜੀਤ ਸਿੰਘ ਦੇ ਸੀਸ ਤੇ ਆਪ ਸਜਾਇਆ। ਸਜਾ ਕਰਕੇ ਤੇ ਆਪਣੀ ਸ੍ਰੀ ਸਾਹਿਬ ਦੇ ਗਲ ਪਾਈ, ਆਪ ਤਿਲਕ ਦਿੱਤਾ ਤੇ ਬਚਨ ਕੀਤਾ। ਬਹੁਤ ਸਾਰੇ ਗਹਿਣੇ ਭੰਨ ਕੇ ਖਾਲਸੇ ਨੂੰ ਹੰਸ ਬਣਾ ਦਿੱਤਾ। ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਆਪ ਰਾਜਗੱਦੀ ਦਾ ਇਹ ਤਿਲਕ ਜਿਹੜਾ ਸੀ ਲਾਇਆ, ਆਸ਼ੀਰਵਾਦ ਦਿੱਤੀ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਵੀ ਰਣਜੀਤ ਸਿੰਘ ਸੀ, ਰਣ ਜਿੱਤਦੇ ਗਏ ਤੇ 40 ਸਾਲ ਬਹੁਤ ਸੁੰਦਰ ਰਾਜ ਕੀਤਾ। ਅੱਜ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਲਾਘਾ ਕਰ ਰਹੀਆਂ ਕਿ 40 ਸਾਲਾਂ ਨਾ ਕਿਸੇ ਨੂੰ ਫਾਂਸੀ ਨਾ ਕੋਠੀ, ਇਹ ਸ਼ਲਾਘਾ ਹੋ ਰਹੀ ਹੈ। ਸੋ ਇਤਨਾ ਸੁੰਦਰ ਰਾਜ ਹੋਇਆ। ਤੇ ਮਹਾਰਾਜਾ ਖੜਕ ਸਿੰਘ ਨੂੰ 7 ਉਹਨਾਂ ਦੇ ਪੁੱਤਰ ਸੀ ਤੇ ਇਹਨਾਂ ਨੂੰ ਉਹਨਾਂ ਨੇ ਆਪ ਗੱਦੀ ਦੇ ਦਿੱਤੀ ਸੀ। ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਸਹੁੰ ਵੀ ਖਿਲਾਈ ਤੇ ਉਹਨਾਂ ਦੇ ਨਿਕਟ ਵਰਤੀ ਸੇਵਾਦਾਰ ਜਿਹੜੇ ਸੀ ਸੁਚੇਤ ਸਿੰਘ, ਉਹਨਾਂ ਨੂੰ ਮਾਰਿਆ। ਉਹ ਬੜੇ ਧਰਮਾਤਮਾ ਪੁਰਖ ਸੀ ਮਹਾਰਾਜਾ ਖੜਕ ਸਿੰਘ। ਕਹਿੰਦੇ ਹੁਣੇ ਤਲਵਾਰ ਚੱਲੀ ਹੈ, ਚੱਲਦੀ ਰਹੇਗੀ। ਉਹ ਫਿਰ ਬਸ ਇਸ ਤਰ੍ਹਾਂ ਇਹ ਸੰਧਾਂ ਵਾਲੀਏ ਤੇ ਵਿੱਚੇ ਡੋਗਰੇ, ਇਹਨਾਂ ਨੇ ਬਸ ਆਪੋ ਆਪਣਾ ਕੰਮ ਕਰਕੇ ਇਹ ਨੁਕਸਾਨ ਪਹੁੰਚਾਇਆ। ਤੇ ਮਹਾਰਾਜਾ ਸ਼ੇਰ ਸਿੰਘ ਨੇ ਫਿਰ 2.5 ਸਾਲ ਰਾਜ ਕੀਤਾ। ਇੰਨਾ ਸੁੰਦਰ, ਐਵੇਂ ਸੋਨੇ ਪਏ ਹੁੰਦੇ ਸੀ, ਕੋਈ ਛੇੜਦਾ ਨਹੀਂ ਸੀ। ਪਰ ਇਹ ਸਕਾ ਚਾਚਾ ਜਿਹੜਾ ਸਾਧ ਸੰਗਤ ਜੀ ਅਜੀਤ ਸਿੰਘ, ਉਹ ਸ਼ਾਹ ਬਿਲਾਵਲ ਖੇਲਾਂ ਕਰਾ ਰਹੇ ਸੀ ਤੇ ਗਿਆ। ਹਾਂਜੀ, ਉਹ ਭੋਲੇ ਦੇਖੋ ਕਹਿੰਦੇ ਮੈਂ ਤੇਰੇ ਲਈ ਬੰਦੂਕ ਲਿਆ। ਉਹਨੇ ਹੱਥ ਵਧਾਇਆ, ਲਿਆਓ ਚਾਚਾ ਜੀ, ਗੋਲੀ ਮਾਰ ਕੇ ਮਾਰਤਾ। ਤੇ ਉਹਦਾ ਪੁੱਤਰ ਪ੍ਰਤਾਪ ਸਿੰਘ ਮਸੂਮ, ਚਾਚਾ ਜੀ ਮੈਨੂੰ ਨਾ ਮਾਰਿਓ, ਉਹਨੂੰ ਨਹੀਂ ਛੱਡਿਆ। ਫਿਰ ਇਹਨਾਂ ਨੇ ਉਹਦੇ ਖੂਨ ਨਾਲ ਇਹਦੇ ਦਰੀਪ ਸਿੰਘ ਦੇ ਟਿੱਕਾ ਲਾਇਆ। ਇਹ ਸੰਧਾਂ ਵਾਲੀਏ ਤੇ ਵਿੱਚੇ ਡੋਗਰੇ ਦੋਨੋਂ ਇੱਕੋ ਜਿਹਾ ਦੋਸ਼ੀ ਹੈ। ਜਦੋਂ ਫਿਰ ਰਾਣੀ ਜਿੰਦਾ ਨੇ ਦੇਖਿਆ ਕਿ ਹੁਣ ਕੋਈ ਨਹੀਂ, ਇੱਧਰ ਬਾਬਾ ਵੀਰ ਸਿੰਘ ਦਰੰਗਾਬਾਦ ਨੇ ਖਾਲਸਾ ਰਾਜ ਨੂੰ ਬਚਾਉਣ ਵਾਸਤੇ ਕੁਝ ਸਰਦਾਰ ਇਹਨਾਂ ਕੋ ਆ ਗਏ। ਮਹਾਰਾਜਾ ਰਣਜੀਤ ਸਿੰਘ ਪੁੱਤਰ ਵੀ ਕਹਿਣ ਲੱਗੇ ਭਾਈ ਕਿ ਤੁਸੀਂ ਯੁੱਧ ਲੜਨਾ ਤੇ ਲੜੋ, ਤੇ ਮੈਂ ਭਰਾ ਮਾਰੂ ਜੰਗ ਨਹੀਂ ਕਰਾ ਸਕਦਾ। ਉਹ ਫਿਰ ਮੁੱਠਿਆਂ ਵਾਲੇ ਆ ਗਏ ਵੀ ਸਾਡੇ ਪਿੱਛੇ ਪਬਲਿਕ ਦਾ ਘਾਤ ਨਾ ਹੋਵੇ। 80,000 ਫੌਜ, 500 ਤੋਪਾਂ, 120 ਛੋਟੀਆਂ ਇਹ ਚੜਾਈਆਂ ਤੇ 13,000 ਸਿਪਾਹੀ ਬਾਬਾ ਵੀਰ ਸਿੰਘ ਦੇ ਸਮੇਤ ਗੋਲਿਆਂ ਨਾਲ ਉਡਾਇਆ। ਤੇ ਸ਼ਾਹ ਮੁਹੰਮਦ ਕਹਿੰਦੇ ਵੀਰ ਸਿੰਘ ਮਾਰਿਆ ਡਾਹ ਤੋਪਾਂ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਹੁਣ ਬਾਣੀ ਕਹਿੰਦੀ ਸੰਤ ਕਾ ਦੋਖੀ ਮਹਾ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਸੰਤ ਕਾ ਦੋਖੀ ਰਾਜ ਤੇ ਹੀਨ, ਸੰਤ ਕਾ ਦੋਖੀ ਦੁਖੀਆ ਹਰ ਦੀਨ। ਉਸ ਵੇਲੇ ਫਿਰ ਇਹ ਹੀਰਾ ਸਿੰਘ ਡੋਗਰੇ ਦੀ ਕਮਾਂਡ ਸੀ, ਜੱਲਾ ਤੇ ਜਿੰਨੇ ਵੀ ਦੁਸ਼ਟ ਲੋਕ ਸੀਗੇ। ਉਸ ਵੇਲੇ ਫਿਰ ਬਾਬਾ ਜੀ ਕਹਿੰਦੇ ਵੀ
ਉਹ ਲੰਗਰ ਤਿਆਰ ਕਰ ਰਿਹਾ ਵੀ ਜਦੋਂ ਸਾਨੂੰ ਮਾਰ ਕੇ ਜਾਣਗੇ ਤੇ ਭੁੱਖੇ ਕੀ ਖਾਣਗੇ। ਆਪਣਿਆਂ ਦੇ ਵਾਰ ਨਹੀਂ ਕਰਨਾ, ਸ਼ਰਨਾਰਥੀ ਦੇਣੇ ਨੇ, ਆਪਾ ਕਰਵਾਨ ਕਰ ਦੇਣਾ। ਉਹ ਬਚਨ ਮਹਾਂਪੁਰਖਾਂ ਨੇ ਪੂਰੇ ਕਰਕੇ ਦਿਖਾਏ ਮੁੱਠਿਆਂ ਵਾਲੇ। ਸੋ ਉਸ ਤੋਂ ਬਾਅਦ ਫਿਰ ਰਾਣੀ ਜਿੰਦਾ ਨੇ ਦੇਖਿਆ ਵੀ ਹੁਣ ਕੋਈ ਸਹਾਰਾ ਨਹੀਂ। ਉਸ ਵੇਲੇ ਰਾਣੀ ਜਿੰਦਾ ਵੀ ਦੋਸ਼ੀ ਹੈ, ਜੇ ਇਹਨਾਂ ਨੂੰ ਝਾੜ ਪਾਉਂਦੀ ਇਹ ਕਾਰਾ ਟਲ ਜਾਂਦਾ ਪਿਆ, ਕੀ ਕਰਨ ਲੱਗੇ ਆ। ਹੁਣ ਜਲੇ ਕੋਈ ਆਸਰਾ ਨਹੀਂ, ਫਿਰ ਬਾਬਾ ਜੀ ਦੇ ਚਰਨ ਸੇਵਕ ਬਾਬਾ ਮਹਾਰਾਜ ਸਿੰਘ ਨਰੰਗਾਵਾਦ, ਉਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ। ਉਹਨਾਂ ਨੇ ਫਿਰ ਦਰਬਾਰ ਸਾਹਿਬ ਆ ਕੇ ਤੇ ਇਸ਼ਨਾਨ ਕੀਤਾ, ਸਰੋਵਰ ਸਾਹਿਬ ਪ੍ਰਸ਼ਾਦ ਚੜਾਇਆ ਦੇਗਾਂ। ਫਿਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਪਰਿਕਰਮਾ ਦੀ ਰਾਖ ਲੈ ਕੇ ਮੱਥੇ ਨੂੰ ਲਾਈ, ਪਰਨ ਕੀਤਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੇਰੇ ਚਰਨਾਂ ਦੀ ਰਾਖ ਮੱਥੇ ਨੂੰ ਲਾ ਕੇ ਪ੍ਰਤੱਗਿਆ ਕਰਦਾ ਹਾਂ ਕਿ ਆਪਣੇ ਪਿਆਰੇ ਪੰਜਾਬ ਅੰਦਰ ਇਹਨਾਂ ਦਾ ਫਰੰਗੀਆਂ ਦਾ ਪੈਰ ਨਹੀਂ ਪੈਣ ਦਿਆਂਗਾ। ਇੱਥੇ ਨਹੀਂ, ਸੱਤੋਂ ਸਮੁੰਦਰੋਂ ਪਾਰ ਹਿੰਦੁਸਤਾਨ ਤੋਂ ਬਾਹਰ ਭੇਜਾਂਗੇ। ਤੇ ਜੇ ਵਿਧਾਤਾ ਨੂੰ ਮੇਰੀ ਜਿੱਤ ਨਾ ਮਨਜ਼ੂਰ ਹੋਈ, ਹਥਿਆਰ ਨਹੀਂ ਸਿੱਟਾਂਗਾ, ਈਨ ਨਹੀਂ ਮੰਨਾਂਗਾ, ਧਰਮ ਯੁੱਧ ਲੜਦਾ ਸ਼ਹੀਦੀ ਪਾਵਾਂਗਾ। ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਨਰੰਗਾਵਾਦ। ਇਹ ਪ੍ਰਤੱਗਿਆ ਕਰਕੇ ਉਹਨਾਂ ਨੇ ਫਿਰ ਗਰੀਲਾ ਮਾਰ ਜੰਗ ਸ਼ੁਰੂ ਕੀਤੀ। ਤੇ ਚੇਲਿਆਂ ਵਾਲੇ ਜੰਗ ਵਿੱਚ ਉਹ ਸ਼ਾਮਲ ਹੋਏ। ਬਾਬਾ ਖੁਦਾ ਸਿੰਘ ਵੀ ਗਏ। ਉਹਦੇ ਵਿੱਚ ਬੜੀ ਭਾਰੀ ਜਿੱਤ ਹੋਈ ਇਹਨਾਂ ਦੀ। ਪਤਾ ਨਹੀਂ ਇਹ ਸ਼ੇਰ ਸਿੰਘ ਦੇ ਪਿਓ ਨੇ ਚਤਰ ਸਿੰਘ ਨੇ ਕੀ ਪੜਾਇਆ, ਉਹ ਫਿਰ ਹਥਿਆਰ ਸੁੱਟ ਗਿਆ। ਜਦੋਂ ਇਹ ਬਾਬਾ ਜੀ ਨੇ ਦੇਖਿਆ ਵੀ ਹੁਣ ਕਿਵੇਂ, ਫਿਰ ਉਹਨਾਂ ਨੇ ਬੜਾ ਇੱਕ ਤੂਫਾਨੀ ਦੌਰਾ ਕੀਤਾ, ਪਰ ਉਹ ਚੱਕਵਾਂ ਦੇ ਕੇ ਨਿਕਲਦੇ ਗਏ। ਅਖੀਰ ਉਹਨੇ ਸਾਰਿਆਂ ਨੂੰ ਲਾਮਬੰਦ ਕਰਕੇ ਤੇ ਫਿਰ ਸਾਧ ਸੰਗਤ ਜੀ, ਇਹ ਦਿਨ ਮਿਥਿਆ ਹੋਇਆ ਸੀ ਕਿ ਬੈਂਕਾਂ ਤੇ ਫੌਜੀ ਛਾਉਣੀਆਂ ਤੇ ਇੱਕ ਅਟੈਕ ਕੀਤਾ ਜਾਏ ਔਰ ਸਾਰਾ ਇਹ ਖਾਲਸੇ ਰਾਜ ਦਾ ਝੰਡਾ ਚਲਾਇਆ ਜਾਏ। ਜਦੋਂ ਕਿ ਉਹ ਆਦਮਪੁਰ ਤੇ ਕਰਤਾਰਪੁਰ ਦੇ ਵਿਚਾਲੇ ਇੱਕ ਝਿੜੀ 'ਚ ਖਾਸ ਮੀਟਿੰਗ ਹੋ ਰਹੀ ਸੀ ਤੇ ਰਤਨ ਸਿੰਘ ਤਰਨਤਾਰਨ ਦਾ ਸੁਨਿਆਰਾ, ਉਸ ਨੇ ਪੂਰੀ CID ਦੇ ਕੇ ਬਾਬਾ ਜੀ ਨੂੰ ਗ੍ਰਿਫਤਾਰ ਕਰਾਇਆ। ਬੈਂਸਟਾਲਟ ਜਿਹੜਾ DC ਸੀ, ਆਪ ਬਹੁਤ ਵੱਡੀ ਕੁੰਮਕ ਲੈ ਕੇ ਆਇਆ। ਪਹਿਲਾਂ ਤਾਂ ਪਤਾ ਨਹੀਂ ਲੱਗਾ ਕਿ ਇਹ ਹੀ ਮਹਾਰਾਜ ਸਿੰਘ ਆ। ਜਦੋਂ ਜੇਲ੍ਹ 'ਚ ਗਏ, ਉਹ ਜੇਲ੍ਹ ਦੇ ਕਰਮਚਾਰੀਆਂ ਨੇ ਹਥਿਆਰ ਸੁੱਟ ਕੇ ਨਮਸਕਾਰ ਕੀਤੀ ਲੰਮੇ ਪੈ ਕੇ। ਉਹਨੇ ਕਿਹਾ ਵੇ ਕਿਹੜੇ, ਇਹ ਪਤਾ ਲੱਗਾ ਵੀ ਇਹ ਨਰੰਗਾਵਾਦ ਵਾਲੇ ਮਹਾਂਪੁਰਖ ਹੈ। ਉਹਨਾਂ ਤਾਂ ਫਿਰ ਘਿਓ ਦੇ ਦੀਵੇ ਜਗਾਏ, ਡਲਹੌਜੀ ਨੂੰ ਵਾਇਰਲੈਸ ਹੈ ਇੱਧਰ, ਰਾਣੀ ਵਿਕਟੋਰੀਆ ਨੂੰ। ਤੇ ਉਹਨਾਂ ਨੇ ਕਿ ਉੱਥੇ ਲਿਖਿਆ, ਉਹਨੇ ਤਾਂ ਬਹੁਤ ਵੱਡਾ ਵੈਸੇ ਸ਼ਬਦ ਲਿਖਿਆ, ਇਹਨਾਂ ਨੂੰ ਅੱਜ ਕਾਬੂ ਕਰਨਾ ਸੌਖਾ ਨਹੀਂ। ਤੇ ਸੰਗਤ ਇਹਨਾਂ ਦਾ ਹੁਕਮ ਸਤਿਕਾਰ ਇਵੇਂ ਕਰਦੀ ਹੈ ਜਿਵੇਂ ਕ੍ਰਾਈਸਟ ਈਸਾ ਜਾਂ 10 ਗੁਰੂਆਂ ਜਾਂ ਮੁਹੰਮਦ ਸਾਹਿਬ ਦਾ, ਕਿ ਅੱਜ ਸਾਡੇ ਘਿਓ ਦੇ ਦੀਵੇ ਬਾਲੇ ਗਏ ਆ ਕਿ ਸਿੱਖ ਰਾਜ ਦਾ ਹੁਣ ਅੰਤ ਹੋਏਗਾ। ਉਹਨੇ ਕਿਹਾ ਇਹਨਾਂ ਨੂੰ ਹੁਣ ਛੇਤੀ ਦੇਸ਼ ਬਦਰ ਕੀਤਾ ਜਾਏ। ਮੁਹੰਮਦ ਸ਼ਾਹ ਸਮੁੰਦਰੀ ਜਹਾਜ਼ ਦੇ ਵਿੱਚ ਇਹਨਾਂ ਨੂੰ ਫਿਰ ਲਿਜਾ ਕੇ ਵੱਖ-ਵੱਖ ਥਾਂ 'ਤੇ ਰੱਖਦਿਆਂ ਸਿੰਗਾਪੁਰ ਦੀਆਂ ਕਾਲ ਕੋਠੜੀਆਂ 'ਚ ਉਹਨਾਂ ਦੇ ਚਰਨ ਸੇਵਕ ਬਾਬਾ ਖੜਕ ਸਿੰਘ ਦੇ ਨਾਲ ਬੰਦ ਕੀਤਾ ਗਿਆ। ਘਟੀਆ ਖੁਰਾਕ, ਇਲਾਜ ਦਾ ਕੋਈ ਪ੍ਰਬੰਧ ਨਹੀਂ। ਕਹਿੰਦੇ ਰਹੇ ਵੀ ਜਿਵੇਂ ਬਾਕੀ ਸਾਧ ਡੇਰਿਆਂ 'ਚ ਬੈਠੇ ਪੂਜਾ ਕਰਾਉਂਦੇ ਕਰਾਓ, ਕੋਈ ਜਗੀਰ ਚਾਹੀ ਉਹ ਲਾ ਦਿੰਦੇ। ਕਹਿੰਦੇ ਸਾਰਾ ਦੇਸ਼ ਹੀ ਸਾਡਾ, ਹੀ ਤੋਂ ਜਗੀਰ ਕਾਹਦੀ ਲੈਣੀ, ਜਾਂ ਤਾਂ ਇੰਗਲੈਂਡ 'ਚ ਦਿਓ ਜਗੀਰ, ਇਹ ਤਾਂ ਹੈ, ਇਹ ਤਾਂ ਸਾਰਾ ਦੇਸ਼ ਹੀ ਸਾਡਾ। ਤੇ ਕਹਿੰਦੇ ਮੈਨੂੰ ਵੀ ਪਤਾ ਸੀ ਕਿ ਇਹ ਕੁਝ ਹੋਣਾ, ਪਰ ਅਸੀਂ ਵੱਡਿਆਂ ਦੇ ਨਾਂ ਦੀ ਲਾਜ ਨਿਭਾਵਾਂਗੇ। ਸੋ ਸਾਧ ਸੰਗਤ ਉੱਥੇ ਫਿਰ 26 ਜਨਵਰੀ 1850 ਵਿੱਚ ਗ੍ਰਿਫਤਾਰ ਹੋਏ। 5 ਜੁਲਾਈ 1856 ਨੂੰ ਸ਼ਹੀਦੀ ਦਿੱਤੀ ਹੈ। ਔਰ ਫਿਰ ਕਹਿੰਦੇ ਸੰਸਕਾਰ ਬਾਬਾ ਖੜਕ ਸਿੰਘ ਕਹਿੰਦੇ ਮੈਂ ਕਰਾਂਗਾ। ਕਹਿੰਦੇ ਨਗਾਰਾ ਮੰਗਾ ਕੇ ਦਿਓ। ਸਿੰਗਾਪੁਰ ਦੀ ਜੇਲ੍ਹ ਵਿੱਚ ਖਾਲਸੇ ਦੀ ਰਵਾਇਤ ਨੂੰ ਨਗਾਰਾ ਵਜਾਇਆ, ਜਕਾਰਾ ਛੱਡਿਆ। ਫਿਰ ਸੰਸਕਾਰ ਹੋਇਆ, ਬੜਾ ਪ੍ਰਕਾਸ਼ ਹੋਇਆ। ਫਿਰ ਉਹਨਾਂ ਦੀ ਭੁੱਬ ਨਿਕਲ ਗਈ ਕਿ ਬਾਬਾ ਜੀ ਤੇ ਮੈਂ ਤੁਹਾਡੇ ਨਾਲ ਸੇਵਾ ਨਿਭਾਈ, ਤੁਸੀਂ ਛੱਡ ਕੇ ਚਲੇ ਗਏ।
ਉਹਨੇ ਵੀ ਉੱਥੇ ਸ਼ਹੀਦੀ ਦਿੱਤੀ। ਭਾਵ ਮਹਾਂਪੁਰਖਾਂ ਨੇ ਕੀਤਾ, ਪਰ ਸਾਡੇ ਲੋਕਾਂ ਦੀਆਂ ਜਿਹੜੀਆਂ ਗਦਾਰੀਆਂ ਹੈ। ਇਸੇ ਤਰ੍ਹਾਂ ਫਿਰ ਸਮਾਂ ਆਉਂਦਾ ਰਿਹਾ, ਉਹਦੇ ਬਾਰੇ ਗਿਆਨੀ ਜੀ ਇਤਿਹਾਸ ਤੁਹਾਨੂੰ ਸਾਰੇ ਪ੍ਰਸੰਗ ਦੱਸਦੇ ਆਏ। ਪੰਡਤ ਮਦਨ ਮੋਹਨ ਮਾਲਵੀਆ ਇਹ ਕਹਿਣ ਲੱਗੇ ਵੀ 1857 ਦੇ ਗਦਰ ਵਿੱਚ ਪਹਿਲਾਂ ਆਜ਼ਾਦੀ ਚੱਲੀ ਹੈ। ਉਹ ਕਹਿਣ ਲੱਗੇ ਕਿਉਂ ਝੂਠ ਬੋਲਦੇ ਆ ਕਿ 1850 ਵਿੱਚ ਤਾਂ ਸੰਤ ਮਹਾਂਪੁਰਖਾਂ ਨੇ ਸ਼ਹੀਦੀ ਦਿੱਤੀ। ਇਹ ਲਾਰਡ ਡਲਹੌਜੀ ਫਿਰ ਬਹੁਤ ਦੁਖੀ ਹੋ ਕੇ ਮਰਿਆ ਤੇ ਉਹਦੇ ਘਰ ਫੋਟੋ ਫਿਰ ਲਾਈ ਸੀ ਕਿ ਮੈਂ ਇੱਕ ਬਹੁਤ ਵੱਡਾ ਪਾਪ ਕਰਕੇ ਆਇਆ ਕਿ ਜਿਹੜਾ ਸੰਤ ਮਹਾਂਪੁਰਖਾਂ ਤੇ ਜ਼ੁਲਮ ਕੀਤਾ। ਔਰ ਉਹ ਫੋਟੋ ਇੱਥੇ ਛਪੀ ਵੀ ਹੈ ਬੜ ਬੜੀਆਂ ਕਿਤਾਬਾਂ ਦੇ ਵਿੱਚ। ਬਾਬਾ ਜੀ ਖਲੋਤੇ ਹੈ, ਨਾਲ ਉਹਨਾਂ ਦੇ ਚਰਨ ਖੜਕ ਸਿੰਘ, ਉਹ ਜਿਹੜਾ ਉਦੋਂ ਆਰਟਿਸਟ ਹੱਥਾਂ ਦੇ ਹੁੰਦੇ ਸੀ। ਕਹਿੰਦੇ ਮੈਂ ਜਾਂਦਾ ਹੁੰਦਾ ਸੀ ਤੇ ਉਹ ਭਜਨ 'ਚ ਬੈਠੇ ਹੁੰਦੇ ਸੀ ਨੇਤਰ ਮੀਟ ਕੇ। ਕਹਿੰਦੇ ਮੈਨੂੰ ਫਿਰ ਆਰਟਿਸਟ ਕਰਕੇ ਸਰਕਾਰ ਰੋਕਦੀ ਨਹੀਂ ਸੀ। ਇੱਕ ਦਿਨ ਕਹਿੰਦੇ ਫਿਰ ਮੈਂ ਪੇਪਰ ਵੀ ਤੇ ਸਿਆਹੀ ਕਲਮਾਂ ਲਗਿਆ ਸੀ, ਫਿਰ ਮੈਂ ਉਹਨਾਂ ਦਾ ਉਹ ਖਾਕਾ ਤਿਆਰ ਕਰਕੇ ਤਸਵੀਰ ਜਿਹੜੀ ਉਹ ਖਿੱਚੀ ਹੈ। ਉਹ ਇੱਥੇ ਆਇਆ, ਸਾਨੂੰ ਅੱਜ ਬੱਚੇ ਹੁਣ ਪੜ੍ਹਦੇ ਲਿਖਦੇ ਲਾਇਬ੍ਰੇਰੀ ਜਾਂਦੇ ਆ, ਸਾਨੂੰ ਵੀ ਉਹ ਫੋਟੋ ਉਹਨਾਂ ਨੇ ਦਿੱਤੀ ਸੀ। ਸੋ ਕਹਿਣ ਤੋਂ ਮਤਲਬ ਮਹਾਂਪੁਰਖਾਂ ਨੇ ਘਾਲੀਆਂ, ਫਿਰ ਆ ਜਿਹੜਾ ਗਾਹਾਂ ਬਰਤਾਂਤ ਹੋਏ ਹੈ ਹੁਣ ਤੱਕ ਚੱਲੀ ਤੁਰਿਆ ਜਾ ਰਿਹਾ, ਉਹ ਸਾਰਾ ਹੁਣ ਗਿਆਨੀ ਜੀ ਮੇਰੇ ਤੋਂ ਪਹਿਲਾਂ ਬੜੇ ਵਿਸਥਾਰ ਵਿੱਚ ਦੱਸਦੇ ਆ ਰਹੇ ਸੀ। ਸੋ ਹੁਣ ਸਵਾਲ ਇਸ ਗੱਲ ਦਾ ਹੈ ਕਿ ਇਸ ਵੇਲੇ ਸਿਆਸੀ ਤੌਰ ਤੇ, ਧਾਰਮਿਕ ਤੌਰ ਤੇ ਲੈ ਜਾਓ, ਸਮਾਜਿਕ ਵਿਵਹਾਰਕ ਤੌਰ ਤੇ ਇਹ ਸਾਡੇ ਅੰਦਰ ਜਿਹੜੀ ਫੁੱਟਵੜੀ ਪੈ ਗਈ ਹੈ। ਹੁਣ ਕਹਿੰਦੇ ਅਸੀਂ ਸਾਰੇ ਹੀ ਹਾਂ ਵੀ ਏਕਤਾ ਕਰੋ, ਏਕਤਾ ਹੋਣੀ ਚਾਹੀਦੀ ਹੈ। ਬਹੁਤ ਚੰਗੀ ਗੱਲ ਆ। ਇਹ ਹੁਣ ਤਾਂ ਹੀ ਹੋਏਗੀ ਨਾ ਜਿਵੇਂ ਕਹਿੰਦੇ ਉਹ ਖੂਹ ਦੇ ਵਿੱਚ ਨਾ ਬਿੱਲੀ ਡਿੱਗ ਪਈ, ਕਹਿੰਦੇ ਜੀ ਪਾਣੀ 'ਚ ਬੋ ਬੜੀ ਆਉਂਦੀ, ਉਹ ਮਹਾਂਪੁਰਸ਼ ਕਹਿੰਦੇ ਇਹ ਪਾਣੀ ਕੱਢੋ ਬਈ, ਫੇਰ ਬੋ ਨਹੀਂ ਹਟੀ। ਕਹਿੰਦੇ ਦਵਾਈ ਪਾਓ, ਫੇਰ ਨਹੀਂ ਹਟੀ। ਕਹਿਣ ਲੱਗੇ ਦੇਖੋ ਤਾਂ ਸਹੀ ਵੀ ਬੋ ਆਉਂਦੀ ਕਾਹਦੀ। ਉਹ ਜਿਹੜੇ ਦੇਖਿਆ ਬਿੱਲੀ, ਕਹਿੰਦੇ ਜਦ ਤੱਕ ਬਿੱਲੀ ਨਹੀਂ ਨਿਕਲਦੀ ਤੇ ਬਦਬੂ ਨਹੀਂ ਹਟਣੀ। ਉਹ ਜਿਹੜੀ ਸਾਡੇ ਅੰਦਰ ਹਉਮੈ ਦੀ ਬਿੱਲੀ ਵੜ ਗਈ ਨਾ, ਇਹ ਨਫ਼ਰਤ ਇੱਕ ਦੂਜੇ ਤੋਂ ਜਿਹੜੀ ਘਿਰਣਾ ਹੈ ਉਹ ਸਾਨੂੰ ਬੜਾ ਦੂਰ ਲਈ ਜਾ ਰਹੀ ਹੈ। ਤੇ ਹੁਣ ਆਪਾਂ ਰੋਜ਼ ਪੜ੍ਹਦੇ ਵੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਵਿੱਚ, ਤੇ ਅੰਤਮ ਸ਼ਬਦ ਹੈ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਹੁਣ ਖੁਆਰ ਹੋਈ ਜਾਂਦੇ ਆ, ਕਦੋਂ ਮਿਲਾਂਗੇ? 84 ਕੀ ਕੁਝ ਹੋਇਆ, ਦਿੱਲੀ ਹੋਇਆ, ਕਾਨਪੁਰ ਹੋਇਆ, ਬੰਕਾਰੋ ਹੋਇਆ, ਬਿਦਰ ਹੋਇਆ, ਥੋੜਾ ਸੰਤਾਪ ਭੋਗ ਚੁੱਕੇ ਹਾਂ। ਉਹ ਕਿੰਨੇ ਮਹਾਂਪੁਰਖ ਸਿੰਘ ਸਿੰਘਣੀਆਂ, ਜ਼ਿਆਦਾਤਰ ਉਹ ਸਾਰੇ ਪਾਠੀ ਸੀਗੇ, ਰਾਗੀ ਸੀ, ਗਿਆਨੀ ਸੀ, ਤੇ ਹੋਰ ਪਬਲਿਕ ਦਾ ਕੋਈ ਹਿਸਾਬ ਕਿਤਾਬ ਨਹੀਂ। ਉਹ ਵਿਦਵਾਨ ਜਿਹੜੇ ਵਿਦਿਆਰਥੀ ਸੀ ਸ਼ਹੀਦ ਹੋਏ, ਉਹ ਸਾਰਿਆਂ ਨੇ ਪ੍ਰਚਾਰ ਕਰਕੇ ਗਾਂਹ ਜਾਣਾ ਸੀ ਦੇਸਾਂ ਪ੍ਰਦੇਸਾਂ 'ਚ। ਕਿੰਨਾ ਪ੍ਰਚਾਰ, ਕਿੰਨੇ ਉਹ ਕੀਮਤੀ ਜਾਨਾਂ ਚਲੇ ਗਈਆਂ। ਤੇ ਜਦੋਂ ਅਨੰਦਪੁਰ ਸਾਹਿਬ ਸੀ, ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਜੰਗ ਦੀ ਆਗਿਆ ਦਿਓ। ਮਹਾਰਾਜ ਕਹਿੰਦੇ 100 ਚੋਂ ਸਿਪਾਹੀ ਪੈਦਾ ਹੁੰਦਾ ਤੇ 10,000 ਚੋਂ ਕੋਈ ਸੂਰਮਾ, ਲੱਖ ਚੋਂ ਕੋਈ ਦਾਨੀ, ਕਰੋੜ ਵਿੱਚੋਂ ਕੋਈ ਬ੍ਰਹਮ ਗਿਆਨੀ। ਤੇ ਹੁਣ ਤੁਹਾਨੂੰ ਵਿਦਵਾਨਾਂ ਨੂੰ ਮੈਂ ਸ਼ਹੀਦ ਕਰਾ ਦਿਆਂ ਤੇ ਗਾਂ ਪ੍ਰਚਾਰ ਕੌਣ ਕਰੇਗਾ? ਕਹਿਣ ਲੱਗੇ ਤੁਹਾਨੂੰ ਜਿਹੜੀ ਸੇਵਾ ਦਿੱਤੀ ਉਹ ਕਰੋ, ਤੁਹਾਡੀ ਕਲਮ ਕਿੰਨੇ ਤਲਵਾਰ ਵਾਲੇ ਪੈਦਾ ਕਰੇਗੀ। ਗੱਜ ਕੇ ਬੋਲੋ। ਵਿਦਵਾਨਾਂ ਨੂੰ ਮਹਾਰਾਜ ਨੇ ਸੁਰੱਖਿਅਤ ਕੀਤਾ। ਤੇ ਜਿੰਨੇ ਆ 84 'ਚ ਹੋਇਆ, ਮਹਾਂਪੁਰਖਾਂ ਦੇ ਜਿੰਨੇ ਵਿਦਿਆਰਥੀ ਸੀ ਸਾਰੇ ਵਿਦਵਾਨ ਹੀ ਸੀਗੇ। ਉਹਨੇ ਗਿਆਨੀ ਧਿਆਨੀ ਬਣਨਾ ਸੀ, ਕਿੰਨਾ ਪ੍ਰਚਾਰ ਕਰਨਾ ਸੀ। ਸੋ ਇਸ ਵਾਸਤੇ ਸਮਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ
ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਅਰਦਾਸ ਵੀ ਕਰਦੇ ਹਾਂ। ਅਰਦਾਸ ਮਹਾਰਾਜ ਸੁਣਦੇ ਆ, ਪ੍ਰਵਾਨ ਵੀ ਕਰਦੇ ਆ। ਜੇ ਸੱਚੇ ਇਰਾਦੇ ਨਾਲ ਬੇਨਤੀ ਕਰਾਂਗੇ ਤੇ ਜਦੋਂ ਵੀ ਏਕਤਾ ਹੋਈ ਉਦੋਂ ਬਹੁਤ ਕੁਝ ਪ੍ਰਾਪਤ ਕੀਤਾ। ਹੁਣ ਵੀ ਹੋ ਸਕਦਾ। ਲੋੜ ਹੈ ਇਤਫਾਕ ਦੀ, ਪਿਆਰ ਦੀ, ਸ਼ਰਧਾ ਦੀ, ਭਗਤੀ ਦੀ। ਇਹ ਕਾਰਨ ਕਿਉਂ ਆ? ਸਾਡੇ ਵਿੱਚ ਮਰਜ਼ਾਦਾ ਦੀ ਘਾਟ ਆ ਗਈ ਹੈ, ਨਿਤਨੇਮ ਦੀ ਘਾਟ ਆਈ ਹੈ। ਤੇ ਬਾਕੀ ਐਸਾ ਨਹੀਂ ਕਿ ਗੁਰੂ ਖਾਲਸਾ ਪੰਥ ਮਹਾਰਾਜ ਦਾ ਪੰਥ ਆ, ਬੀਜਨਾਸ ਹੈ। ਇਹਨਾਂ ਦੇਸਾਂ 'ਚ ਸਾਰੇ ਐਸੇ ਸਿੰਘ ਵੀ ਹੈ ਜਿਨ੍ਹਾਂ 'ਤੇ ਮਹਾਰਾਜ ਦੀ ਬੇਅੰਤ ਕਿਰਪਾ ਹੈ। ਹੁਣ ਅਮਰੀਕਾ ਗਏ ਹਾਂ, ਕੈਨੇਡਾ ਗਏ ਹਾਂ, ਇੱਥੇ ਆਏ, ਦਿਨ ਤਾਂ ਥੋੜ੍ਹੇ ਸੀ, ਪਰ ਐਸੇ ਬਾਣੀ ਬਾਣਾ ਸਿਮਰਨ ਨਿਤਨੇਮ ਵਾਲੇ ਮਾਈ ਭਾਈ ਮਿਲਦੇ ਆ। ਅਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ। ਇਹ ਸਿੱਖੀ ਦਾ ਬੂਟਾ, ਜਿਵੇਂ ਕਿਸੇ ਬੂਟੇ ਨੂੰ ਛਾਂਗੀ ਉਹ ਜ਼ਿਆਦਾ ਫੁੱਟਦਾ ਨਾ, ਇਹ ਓਨਾ ਹੀ ਵੱਧਦਾ। ਮੰਨੂ ਤੇਰੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸੁਭਾਏ। ਇਹਨੂੰ ਖਤਮ ਕਰਨ ਵਾਸਤੇ ਮੌਕੇ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਤਰ੍ਹਾਂ ਦੀ ਉਹਨੇ ਢਿੱਲ ਨਹੀਂ ਛੱਡੀ। ਪਰ ਗੁਰੂ ਮਹਾਰਾਜ ਦਾ ਇਹ ਖਾਲਸਾ ਪੰਥ ਅੰਮ੍ਰਿਤਧਾਰੀ ਐਸਾ ਸਾਜਿਆ, ਇਹਨੂੰ ਖਤਮ ਕਰਨ ਵਾਲਿਆਂ ਦੇ ਨਿਸ਼ਾਨ ਮਿਟ ਗਏ। ਇਹ ਵੱਧਦਾ ਜਾ ਰਿਹਾ। ਅੱਜ ਦੁਨੀਆ 'ਚ ਚਰਚਾ ਚੱਲਦੀ ਵੀ ਆਲੂ ਤਾਂ ਸਿੱਖ ਹਰ ਦੇਸ਼ ਵਿੱਚ ਮਿਲ ਜਾਂਦਾ, ਕਿਉਂਕਿ ਖਾਲਸਾ ਚਾਰ ਚੁਫੇਰੇ ਫੈਲਿਆ ਹੋਇਆ। ਲੋੜ ਹੁਣ ਇਹ ਹੀ ਹੈ ਕਿ ਆਪਾਂ ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਦਾ ਵੱਧ ਤੋਂ ਅੰਮ੍ਰਿਤ ਛਕੀਏ, ਨਸ਼ੇ ਪੱਤੇ ਛੱਡ ਕੇ ਬਾਣੀ ਬਾਣਾ, ਨਿਤਨੇਮੀ ਪ੍ਰੇਮੀ ਬਣੀਏ ਔਰ ਪੰਥਕ ਮਰਜ਼ਾਦਾ ਦੇ ਅਨੁਸਾਰ ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਉਹਦੇ ਮੁਤਾਬਕ ਆਪਣਾ ਜੀਵਨ ਢਾਲ ਲਈਏ। ਅਤੇ ਗੁਰੂ ਮਹਾਰਾਜ ਅਤੇ ਸੱਚੇ ਪਾਤਸ਼ਾਹ ਬੇਅੰਤੋਂ ਬੇਅੰਤ ਆ। ਉੱਥੇ ਵੀ ਸਾਖੀ ਸੁਣਾਈ ਸੀ। ਇੱਕ ਬੱਚਾ ਭਾਈ ਬਾਲੇ ਦੀ ਜਨਮ ਸਾਖੀ 'ਚ ਛੋਲਿਆਂ ਦੇ ਖੇਤ 'ਚ ਰਾਖੀ ਲਈ ਬੈਠਾ ਸੀ। ਅੱਗੇ ਮਣੇ ਪਾਉਂਦੇ ਸੀ ਨਾ ਆਪਣੇ, ਉੱਧਰ ਸੂਰਸਰ ਬਹੁਤ ਉਜਾੜਾ ਕਰਦੇ ਜਾਨਵਰ ਹੋਰ ਵੀ। ਅਤੇ ਮਹਾਰਾਜ ਕੁਦਰਤੀ ਬਹਿ ਗਏ। ਸ਼੍ਰੀ ਭਾਈ ਬਾਲਾ ਮਰਦਾਨਾ ਨਾਲ ਸੀਗੇ। ਉਹ ਬੱਚੇ ਦਾ ਕਰਮ ਜਦੋਂ ਜਾਗਦਾ ਨਾ ਅਤੇ ਵਿਧੀ ਬਣ ਜਾਂਦੀ ਹੈ। ਮਹਾਰਾਜ ਚਰਨਾਂ 'ਚ ਆ ਗਿਆ, ਹੱਥ ਜੋੜ ਕੇ ਪੱਲਾ ਪਾ ਕੇ ਬੇਨਤੀ, ਮਹਾਰਾਜ ਮੈਂ ਹੈਗਾ ਤਾਂ ਗਰੀਬ ਹਾਂ, ਜੇ ਹੁਕਮ ਹੋਵੇ ਨਾ ਮੈਂ ਡੱਡਿਆਂ ਦੀਆਂ ਹੋਲਾਂ ਭੁੰਨ ਕੇ ਆਪ ਜੀ ਨੂੰ ਛਕਾਵਾਂ। ਉੱਥੇ ਪਰਾਲੀ ਸੀ ਵਿਛਾਤੀ, ਸਾਦਾ ਜਿਹਾ ਬਸਤਰ ਸੀ ਉਹ ਵਿਛਾਤਾ ਕਿ ਮਹਾਰਾਜ ਇੱਥੇ ਸਜੋ। ਮਹਾਰਾਜ ਕਹਿੰਦੇ ਠੀਕ ਹੈ ਵੀ ਜੇ ਤੇਰੀ ਭਾਵਨਾ ਹੈ, ਹਾਂਜੀ, ਕਿ ਉਹ ਜਿਹੜਾ ਪਰਮੇਸ਼ਰ ਆ ਉਹ ਪ੍ਰੇਮਾ ਭਗਤੀ ਦਾ ਭੁੱਖਾ। ਮਹਾਰਾਜ ਨੇ ਇਜਾਜ਼ਤ ਦੇ ਦਿੱਤੀ। ਉੱਥੇ ਖੇਤ ਵਾਲੇ ਕੰਡਿਆਂ ਦੀ ਬਾੜ ਸੀ ਨਾ, ਤੋੜ ਕੇ ਅੱਗ ਬਾਲ ਕੇ ਅਤੇ ਹੋਲਾਂ ਬਣਾਈਆਂ ਅਤੇ ਮਹਾਰਾਜ ਨੂੰ ਅਤੇ ਭਾਈ ਬਾਲਾ ਜੀ ਮਰਦਾਨਾ ਜੀ ਜਾਂ ਹੋਰ ਜਿਹੜੇ ਸੇਵਾਦਾਰ ਕੋਲ ਹੋਣਗੇ ਛਕਾਈਆਂ। ਫਿਰ ਬੇਨਤੀ ਕਰਨ ਲੱਗਾ, ਇਹ ਗਰੀਬ ਨਵਾਜ਼, ਮੈਂ ਗਰੀਬ ਕੋਈ ਸੇਵਾ ਨਹੀਂ ਕਰ ਸਕਿਆ। ਮਹਾਰਾਜ ਨੇ ਜਿਹੜੇ ਦੇਖਿਆ ਅਤੇ ਮਹਾਰਾਜ ਨੇ ਫਿਰ ਬਚਨ ਕੀਤਾ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ, ਆਓ ਬਹੁ ਸੁਲਤਾਨ। ਕਹਿੰਦੇ ਜਿਹੜਾ ਪਰਾਲੀ ਵਿਛਾਈ ਨਾ, ਇਹ ਸਾਡੇ ਲਈ ਰਜਾਈਆਂ ਤਲਾਈਆਂ। ਪਾਤਸ਼ਾਹ ਕਹਿਣ ਲੱਗੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰੀ ਜੋਤ, ਕਹਿੰਦੇ ਜਿਹੜੀਆਂ ਤੈਂ ਹੋਲਾਂ ਛਕਾਈਆਂ ਨਾ, ਸੱਥਰ ਤੇਰਾ ਲੇਫ ਨਿਹਾਲੀ, ਲੇਫ ਨਿਹਾਲੀ ਰਜਾਈ ਤਲਾਈ, ਭਾਉ ਤੇਰਾ ਭਗਵਾਨ, ਜਿਹੜਾ ਤੇਰਾ ਪਿਆਰ ਆ ਨਾ, ਇਹ ਸਾਡੇ ਲਈ ਦੇਸੀ ਘਿਓ ਦੀ ਮਠਿਆਈ ਹੈ। ਨਾਨਕ ਸਿਫਤੀ ਰਜਿਆ, ਜਿਹੜੀ ਤੂੰ ਮਾਲਕ ਦੀ ਸਿਫਤ ਕੀਤੀ ਹੈ ਨਾ, ਅਸੀਂ ਤ੍ਰਿਪਤ ਹਾਂ। ਆਓ ਬਹੁਤ ਸੁਲਤਾਨ, ਕਹਿੰਦਾ ਆ ਜਾ ਮੇਰੇ ਕੋਲ ਬਹਿ ਜਾ, ਤੂੰ ਤਾਂ ਇੱਕ ਸਮਰਾਟ ਆ, ਬਾਦਸ਼ਾਹ। ਅਤੇ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕਿਹੋ ਜਿਹੇ ਬਚਨ ਕਰਦੇ, ਕਿੱਥੇ ਹੋਲਾਂ ਚੋਣ ਵਾਲਾ ਬਾਲਕ, ਇੱਥੇ
ਮਨੇ ਤੇ ਰਾਖੀ ਬੈਠਾ ਤੂੰ ਹੀ ਸੁਲਤਾਨ। ਕਹਿੰਦੇ ਮਰਦਾਨਿਆਂ 7 ਵਜਨ ਕਹੀਦਾ ਹੁੰਦਾ। ਕਰਤਾਰ ਦੇ ਰੰਗ ਨਿਆਰੇ ਹੈ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖ ਹੈ। ਉਹ ਬਾਲ ਕਹਿੰਦਾ ਮਹਾਰਾਜ ਜੇ ਹੁਕਮ ਦਿਓ ਨਾ, ਮੈਂ ਸ਼ਹਿਰ ਜਾਵਾਂ, ਤੁਹਾਡੇ ਲਈ ਕੋਈ ਦੁੱਧ ਪਾਣੀ ਲਿਆਵਾਂ। ਮਹਾਰਾਜ ਨੇ ਇਜਾਜ਼ਤ ਦੇ ਦਿੱਤੀ। ਜਿਲੇ ਆਏ, ਸ਼ਹਿਰ ਦਾ ਰਾਜਾ ਕਾਲਵਾਸ ਹੋ ਗਿਆ ਸੀ, ਗਾਂ ਬਾਰਸ ਕੋਈ ਨਹੀਂ। ਕਹਿੰਦੇ ਵੀ ਹੁਣ ਕਿਹਨੂੰ ਕਰੀਏ। ਪੁਰਾਣੇ ਜ਼ਮਾਨੇ 'ਚ ਰਾਜਧਾਨੀਆਂ ਦੁਆਲੇ ਚਾਰ ਦੀਵਾਰੀ ਹੁੰਦੀ ਸੀ, ਕਿਲੇ ਰੱਖਿਆ ਵਾਸਤੇ ਖਾਲੀਆਂ ਹੁੰਦੀਆਂ ਸੀ। ਗੇਟ ਬੰਦ ਕਰਤਾ ਤੇ ਜੰਦਾ ਲਾਤਾ ਬੜਾ ਸਾਰਾ। ਕਹਿੰਦੇ ਵੀ ਜਿਹਦੇ ਜੰਦਾ ਹੱਥ ਲਾਉਣ ਖੁੱਲ੍ਹ ਜਾਣਾ ਉਹਨੂੰ ਬਾਦਸ਼ਾਹ ਬਣਾ ਦੇਣਾ। ਹੁਣ ਵਿਚਾਰਾ ਆਇਆ, ਉਹ ਜੰਦਾ ਐਂ ਕਰੇ, ਪਿੱਛੇ ਤਾਂ ਮਹਾਰਾਜ ਦੇ ਬਚਨ ਸੀਗੇ, ਜੰਦਾ ਖੁੱਲ੍ਹ ਗਿਆ। ਉਹਨੇ ਜੀ ਇਸ਼ਨਾਨ ਪਾਣੀ ਕਰਾਇਆ, ਰਾਜਸੀ ਲੀੜੇ ਪਵਾਏ ਤੇ ਰਾਜਗੱਦੀ ਦੇ ਬਹਾ ਕੇ ਤਿਲਕ ਦਵਾਤਾ। ਥਾਂ ਥਾਂ ਗੇਟ ਬਣ ਗਿਆ, ਝੰਡੀਆਂ ਲੱਗ ਗਈਆਂ, ਛੜਕਾਅ ਹੋ ਗਏ। ਪਬਲਿਕ ਵੱਡੇ ਰਾਜੇ ਦੇ ਦਰਸ਼ਨ ਕਰਨ, ਮਹਾਰਾਜੇ ਦੇ, ਕੋਈ ਹਿਸਾਬ ਕਿਤਾਬ ਨਾ ਰਿਹਾ। ਤਾਂ ਹਾਥੀ ਉਦੋਂ ਸਵਾਰੀ ਵੱਡੀ ਹੁੰਦੀ ਸੀ, ਆ ਗਈ। ਅਹੁਦਾ ਸ਼ਿਕਾਰਤਾਂ, ਪਾਲਕੀਆਂ, ਚਾਣੀਆਂ ਲਾਤੀਆਂ, ਚੌਰ ਵਾਲੇ ਹੋ ਗਏ। ਹਾਥੀ ਦੇ ਚੜ੍ਹਾ ਕੇ ਵੀ ਖੁੱਲ੍ਹੀ ਪਬਲਿਕ ਨੂੰ ਉੱਚੀ ਆ ਬਹਾਵ ਦਰਸ਼ਨ ਕਰਾਈਏ ਮਹਾਰਾਜੇ ਦੇ। ਹੁਣ ਉਹ ਜਾ ਰਿਹਾ। ਮਹਾਰਾਜ ਕਹਿੰਦੇ ਚਲੋ ਮਰਦਾਨਾ ਸ਼ਹਿਰ ਚਲੀਏ। ਮਰਦਾਨਾ ਜੀ ਖੁਸ਼ ਹੋ ਗਏ ਤੇ ਮਹਾਰਾਜ ਜ਼ਰੂਰ ਗੱਫਾ ਪਾਣੀ ਛਕਾਉਣਗੇ, ਹਜ਼ਾਰਾਂ ਹੀ ਲਈ ਫਿਰਦੇ ਆ। ਜਿਲੇ ਗਏ, ਸਵਾਰੀ ਆ ਰਹੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਦੇਖ। ਕਹਿੰਦੇ ਮਹਾਰਾਜ ਕੋਈ ਬਾਦਸ਼ਾਹ ਆ ਰਿਹਾ। ਕਹਿੰਦੇ ਧਿਆਨ ਨਾਲ। ਕਹਿੰਦੇ ਮਹਾਰਾਜ ਰਾਜਾ ਹੈ। ਜਿਲੇ ਹੁਣ ਮਹਾਰਾਜ ਨੇ ਦੇਖਿਆ, ਕਈ ਤਾਂ ਭੁੱਲ ਜਾਂਦੇ ਨੇ, ਗੱਦੀ ਪਾ ਕੇ ਉਹ ਭੁੱਲਿਆ ਨਹੀਂ। ਉਸੇ ਵੇਲੇ ਕਹਿੰਦੇ ਬਾਹੂ ਵੀ ਹੱਥ ਪੌੜੀ ਮਾਰ ਕੇ ਉਤਰਿਆ ਤੇ ਲੰਮੇ ਪੈ ਕੇ ਮਹਾਰਾਜ ਚਰਨ ਦੰਡਵਤ ਪ੍ਰਣਾਮ ਕੀਤੀ। ਸੰਗਤ ਵੀ ਹੈਰਾਨ, ਕਮਾਲ ਦੀ ਗੱਲ। ਮਹਾਰਾਜ ਕਹਿੰਦੇ ਮਰਦਾਨਾ ਹੁਣ ਦੇ। ਕਹਿੰਦੇ ਮਹਾਰਾਜ ਤਾਂ ਇਉਂ ਲੱਗਦਾ ਜਿਵੇਂ ਹੋਲਾਂ ਚਲਾਉਣ ਵਾਲਾ ਬਾਲਕ ਸੀ। ਕਹਿੰਦੇ ਤੂੰ ਤਰ ਕਰਦਾ ਹੀ ਦੇਖ ਲਿਆ। ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤ। ਪਰ ਗੱਲ ਵੀ ਹੈਗੀ ਹੈ, ਕਿਉਂਕਿ ਮੇਰਾ ਜਿਹੜਾ ਪ੍ਰਭੂ ਨਿਰੰਕਾਰ, ਹਾਂਜੀ, ਪ੍ਰਭੂ ਕਾਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁੱਖ ਲਾਥਾ। ਜੇ ਤਾਂ ਉਹਦੇ ਬਣ ਜਾਈਏ, ਇੱਕ ਹੋਲਾਂ ਚਬਾਉਣ ਵਾਲੇ ਤੇ ਏਡੀ ਬਖਸ਼ਿਸ਼ ਕਰ ਸਕਦੇ। ਇਹ ਤਾਂ ਉਹਦੇ ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਬੋਲਦੇ ਕਿਉਂ ਨਹੀਂ? ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਇਸ ਕਰਕੇ ਇਹ ਤਾਂ ਸਾਰੀ ਭਰੋਸੇ ਦੀ, ਸ਼ਰਧਾ ਦੀ, ਭਗਤੀ ਦੀ ਗੱਲ। ਹੁਣ ਦੇਖੋ, ਕੋਈ ਸੁਪਨਾ ਸੀ ਬਹਾਦਰ ਸ਼ਾਹ ਆ ਜਾਊਗਾ। ਉਹੋ ਹੀ ਸਰਕਾਰਾਂ ਜਿਹੜੀਆਂ ਗੁਰੂ ਘਰ ਦੀਆਂ ਦੁਖੀ ਬਣੀਆਂ ਸੀ, ਸਮਾਂ ਪਲਟੇ ਖਾ ਜਾਂਦਾ। ਭਾਈ ਨੰਦ ਲਾਲ ਦੁਆਰਾ ਮਹਾਰਾਜ ਨੂੰ ਬੇਨਤੀ ਕੀਤੀ ਤੇ ਤਾਰਾ ਆਜਮਾ ਰੰਗਜੀਤ ਤੋਂ ਬਾਅਦ ਕਾਬਜ ਹੋ ਗਿਆ ਸੀ। ਮਹਾਰਾਜ ਦੀ ਸ਼ਰਨ ਲਈ ਬਹਾਦਰ ਸ਼ਾਹ ਤੇ ਮਹਾਰਾਜ ਨੇ ਫਿਰ ਤਾਰਾ ਆਜਮ ਨੂੰ ਮਾਰ ਕੇ ਇਹਨੂੰ ਗੱਦੀ ਦਿੱਤੀ ਹੈ। ਬਚਨ ਲਿਆ ਸੀ ਤੇ ਸਾਡਾ ਆਹ ਬਚਨ, ਜੇ ਨਹੀਂ ਅਸੀਂ ਆਪਣਾ ਸੇਵਾਦਾਰ ਭੇਜ ਦਿਆਂਗੇ। ਜਿਲੇ ਫਿਰ ਮੁਕਰਿਆ ਤੇ ਬੰਦੇ ਬਹਾਦਰ ਨੂੰ ਭੇਜ ਕੇ ਕੰਮ ਕਰਾ ਦਿੱਤੇ। ਗੱਜ ਕੇ ਬੋਲੋ ਮਹਾਰਾਜ ਸਮਰੱਥ। ਆਓ ਹੁਣ ਸ਼ਬਦ ਦੀ ਵਿਚਾਰ ਸੁਣੀਏ। ਪੜ੍ਹੋਗੇ ਨੇ ਜੀ। ਸੋ ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਕਲਾ ਕਰਕੇ ਸਮਰੱਥਿਆ, ਜੋ ਚਾਹੁਣ ਉਹ ਕਰਾ ਸਕਦੇ ਆ, ਕਿਉਂਕਿ ਉਹ ਆਪਣੀ ਰਜ਼ਾ ਦੇ ਮਾਲਕ ਹੈਗੇ ਆ। ਉਹ ਸਮਰੱਥ, ਸਰਬੱਗ, ਸਰਬ ਸ਼ਕਤੀਮਾਨ। ਪਰ ਸਾਨੂੰ ਚਾਹੀਦਾ, ਜਿਵੇਂ ਕੋਈ ਪੁੱਤਰ ਪਿਓ ਦਾ ਵਫਾਦਾਰ ਬਣਦਾ, ਉਹਨੂੰ ਕਹਿਣਾ ਨਹੀਂ ਪੈਂਦਾ ਵੀ ਬੈਂਕ ਬੈਲੈਂਸ ਮੈਨੂੰ ਦੇ ਦਿਓ, ਮੇਰੀ ਜ਼ਮੀਨ ਦੀ ਮੇਰੇ ਨਾਲ ਰਜਿਸਟਰੀ ਕਰਾ ਦਿਓ, ਘਰ ਮੈਨੂੰ ਦੇ ਦਿਓ। ਪਿਓ ਆਪੇ ਹੀ ਦਿੰਦਾ। ਤੇ ਜੇ ਗੁਰੂ ਮਹਾਰਾਜ ਦੇ ਵਫਾਦਾਰ ਬਣਾਂਗੇ ਲੁਕੋ ਕੇ, ਤਾਂ ਅੱਗੇ ਵੀ ਮਹਾਰਾਜ ਨੇ ਕੁਝ ਨਹੀਂ ਰੱਖਿਆ। ਤੇ ਜੇ ਮਹਾਰਾਜ ਦੇ ਬਚਨਾਂ 'ਚ ਆ ਜਾਵਾਂਗੇ, ਫਿਰ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੋ ਇਸ ਕਰਕੇ ਜੇ ਗੁਰੂ ਨਾਨਕ ਦੇ ਘਰ 'ਚੋਂ ਮਹਾਰਾਜ ਰਣਜੀਤ ਸਿੰਘ ਇੱਕ ਅੱਖੋਂ ਕਾਣੇ, 11 ਸਾਲ ਦੀ ਉਮਰ, ਤੇ ਮਹਾਂਪੁਰਖਾਂ ਦੀ ਕਿਰਪਾ ਦੇ ਪਾਤਰ ਬਣ ਗਏ।
ਅਸ਼ੀਰਵਾਦ ਪਿੱਛੇ ਸੀ 1,25,000 ਵਰਗ ਮੀਲ ਲੰਮਾ ਰਾਜ ਉਹਨ ਬਣਾਇਆ। ਸ਼ਾਹੀ ਅਨਪੜ੍ਹ ਸੀ ਤੇ ਬੁੱਧੀ ਇੰਨੀ, ਸਭ ਥਾਣੇਦਾਰਾਂ ਤਹਿਸੀਲਦਾਰਾਂ ਦੇ ਸਾਰੇ 13,000 ਪਿੰਡ ਸੀ, ਨਾ ਸਾਰੇ ਚੇਤੇ ਸੀ, ਪਿੱਛੇ ਹੱਥ ਸੀ ਮਹਾਂਪੁਰਖ। ਤੇ ਅੱਜ ਅਸੀਂ ਗੱਲਾਂ ਬਾਤਾਂ ਦੇ ਤੇ ਬਹੁਤ ਸ਼ੇਰ ਬਣ ਗਏ ਤਰਕ ਬਤਰ ਕਰਨ ਲਈ, ਪਰ ਕਮਾਈ ਬਿਨਾਂ ਗੱਲ ਨਹੀਂ ਬਣਦੀ। ਕਮਾਈ ਇਸ ਕਰਕੇ ਇਹ ਭਜਨ ਬੰਦੀ 5 ਪੁਸ਼ਤਾਂ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਘਰ ਦੀ। ਬੁੱਢਾ ਸਿੰਘ, ਨੌਧ ਸਿੰਘ ਜਿੱਥੇ ਬੱਸਾਂ ਖੜ੍ਹ ਕੇ ਜਾਂਦੀਆਂ, ਆਪਣੇ ਟੈਕਸ ਲੈ ਰਿਹਾ ਕਿ ਨਹੀਂ, ਖਾਲਸਾ ਬਾਬਾ ਨੌਧ ਸਿੰਘ, ਦੂਜੇ ਪਾਸੇ ਬਾਬਾ ਦੀਪ ਸਿੰਘ ਦਾ ਸ਼ਹੀਦਗੰਜ, ਦੋਵੇਂ ਬੈਠੇ। ਤੇ ਦੇਖ ਲਓ ਉਹਨਾਂ ਤੋਂ ਬਾਅਦ ਫਿਰ ਚੜ੍ਹ ਸਿੰਘ ਆ ਗਿਆ, ਫਿਰ ਸਰਦਾਰ ਮਹਾਨ ਸਿੰਘ, ਫਿਰ ਮਹਾਰਾਜ ਰਣਜੀਤ ਸਿੰਘ। 5 ਪੁਸ਼ਤਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ, ਫੇਰ ਜਾ ਕੇ ਬਖਸ਼ਣ ਮਿਲੀ। ਤੇ ਸਾਡਾ ਹੁਣ ਇਹ ਆ ਕਿ ਸੇਵਾ ਥੋੜ੍ਹੀ ਤੇ ਮੰਗਣ ਬਹੁਤ। ਮੰਗਦੇ ਬਹੁਤ ਕੁਝ ਆ, ਕਰਕੇ ਕੁਝ ਰਾਜੀ ਨਹੀਂ। ਇਹ ਤਾਂ ਫਿਰ ਭਾਈ ਮਿਹਨਤ ਕਰਨੀ ਪੈਂਦੀ ਹੈ, ਕਮਾਈ ਕਰਨੀ ਪੈਂਦੀ ਹੈ, ਫੇਰ ਜਾ ਕੇ ਬਰਕਤਾਂ ਮਿਲਦੀਆਂ। ਆਓ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿਚਾਰ ਸੁਣੀਏ। 6ਵੇਂ ਪਾਤਸ਼ਾਹ ਦਾ ਜਦੋਂ ਅਵਤਰਨ ਹੋਇਆ ਉਸ ਵੇਲੇ ਇਹ 2 ਸ਼ਬਦ ਉਚਾਰੇ ਆ। ਇੱਕ ਆਸਾ ਰਾਗ 'ਚ ਹੈ, ਸਤਿਗੁਰ ਸਾਚੇ ਦੀ ਆਪੇ। ਦੂਜਾ ਇਹ ਸ਼ਬਦ ਆ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੀ ਬਾਣੀ। 5ਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ। ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਵਤਰਨ। 5 ਪਿਆਰਿਆਂ ਚੋਂ ਭਾਈ ਧਰਮ ਸਿੰਘ, ਉਹਨਾਂ ਦੋਵਾਂ ਮਹਾਂਪੁਰਖਾਂ ਦਾ ਅੱਜ ਇਹ ਜਨਮ ਦਿਨ। ਤੇ ਬਾਬਾ ਬੁੱਢਾ ਸਾਹਿਬ, ਮਾਤਾ ਜੀ ਨੇ ਬੇਨਤੀ ਕੀਤੀ ਸੀ ਸੁਪੁੱਤਰ ਵਾਸਤੇ। ਅੱਜ ਹੁਣ ਕਈ ਕਹਿਣਗੇ ਸਾਧ ਪੁੱਤ ਦੇ ਦੇਣਗੇ, ਤੇ ਹੁਣ ਗਏ ਨਹੀਂ ਮਾਤਾ ਜੀ ਉੱਥੇ ਬਾਬੇ ਬੁੱਢਾ ਸਾਹਿਬ ਕੋਲ। ਪਹਿਲਾਂ ਗਏ ਸੀ ਨਾ ਰਥਾਂ ਦੇ, ਜਿਹੜੇ ਉਹ ਆਵਾਜ਼ ਆਈ ਜਾਨਵਰ ਭੱਜੇ ਖੜਾਕਾ ਸੁਣ ਕੇ। ਬਾਬਾ ਜੀ ਕਹਿੰਦੇ ਕੌਣ ਹੈ? ਕਹਿੰਦੇ ਮਾਰਾ ਗੁਰੂ ਕੇ ਮਹਿਲ ਆ ਰਿਹਾ। ਤੇ ਮਹਾਂਪੁਰਖ ਕਿਹੜੇ ਕਿਸੇ ਦੇ ਅਧੀਨ ਹੁੰਦੇ ਆ? ਕਹਿੰਦੇ ਗੁਰੂ ਕਿਆਂ ਨੂੰ ਕੀ ਭਾਜੜ ਪਵੇ, ਸੁਤੰਤਰ ਹੈ। ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਆਦਿ ਸਿੱਖ ਤੇ ਮਹਾਰਾਜ ਨੇ ਅਭੇਦ ਸਰੂਪ, ਔਰ ਗੁਰੂ ਘਰ ਦਾ ਕੋਈ ਕਾਰਜ ਵੀ ਬਾਬਾ ਬੁੱਢਾ ਸਾਹਿਬ ਦੀ ਸਲਾਹ ਬਿਨਾਂ ਨਹੀਂ ਹੋਇਆ। ਇੱਥੇ ਤੱਕ ਗੁਰਤਾ ਗੱਦੀ ਤੇ ਤਿਲਕ ਨਹੀਂ ਲਾਇਆ। 125 ਸਾਲ ਦੀ ਆਰਵਲਾ ਤੇ ਰਵਿਦਾਸ ਜੋਤੀ ਉਸ ਸਮੇਂ ਆਪ 6ਵੇਂ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਗਏ, ਆਪਣੀ ਇੱਛਾ ਨਾਲ ਸਰੀਰ ਤਿਆਗ ਗਿਆ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਜਿੰਨੀ ਦੁਨੀਆ ਗੁਰੂ ਰਾਮਦਾਸ ਦੇ ਦਰਬਾਰ ਚੋਂ ਦਰਬਾਰ ਸੰਭਾਲ ਲੈਂਦੀ, ਉਹਨੇ ਬੀੜ ਸਾਹਿਬ ਤੋਂ ਬਾਹਰ ਲਈ ਜਾਂਦੀ। ਕੋਈ ਹੈ ਫਰਕ? ਗੁਰ ਚੇਲੇ ਕੀ ਸੰਧ, ਕੋਈ ਭੇਦ ਹੀ ਹੈ। ਇਸ ਕਰਕੇ ਐਸੇ ਬਾਬਾ ਬੁੱਢਾ ਸਾਹਿਬ ਐਡੇ ਬੇਪਰਵਾਹ, ਸੰਤ ਨਵਰ ਨ ਕਾਹੂ ਜਾਣੇ, ਬੇਪਰਵਾਹ ਸਦਾ ਰੰਗ ਹਰ ਕਾ ਜਾ ਕੋ ਪਾਖ ਸੁਆਮੀ। ਮਾਤਾ ਜੀ ਆ ਗਏ, ਕਹਿੰਦੇ ਮਹਾਰਾਜ ਵਾਰਤਾ ਕੀ ਲੈਣਾ ਸੀ? ਤੇ ਬਾਬਾ ਜੀ ਤਾਂ ਬੜਾ ਕਰੜਾ ਬਚਨ ਕਰਤਾ। ਤੇ ਮਹਾਰਾਜ ਕਹਿੰਦੇ ਜਿਹੜੇ ਮਹਾਂਪੁਰਖਾਂ ਕੋ ਜਾਈਏ ਨਾ, ਇਹ ਟੈਂਸ ਫੈਂਸ ਨਾਲ ਨਹੀਂ ਜਾਈਦਾ ਹੁੰਦਾ। ਇਹ ਸਾਦੇ ਤੇ ਮਾਤਾ ਜੀ ਇਸ ਤਰ੍ਹਾਂ ਸ਼ਬਦ ਕੀਰਤਨ ਕਰਦੇ ਨੰਗੇ ਚਰਨੀ ਗਏ। ਤੇ ਫਿਰ ਬਾਬਾ ਜੀ ਨੇ ਦੇ ਲੋ 12 ਦਿੱਤੇ, ਐਸਾ ਤੇਰੇ ਸਾਹਿਬਜ਼ਾਦਾ ਹੋਇਓ ਸਿਰ ਭੰਨੂਗਾ, ਇਉਂ ਸਾਰੇ ਵਰ ਦਿੱਤੇ। ਤੇ ਬਾਬਾ ਜੀ ਦੇ ਬਚਨਾਂ ਨਾਲ ਉਹਨਾਂ ਦਾ ਅਵਤਾਰਨ ਹੋਇਆ, ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ। ਤੇ ਗੁਰੂ ਅਰਜਨ ਸਾਹਿਬ ਨੇ ਅਕਾਲ ਪੁਰਖ ਦੇ ਧੰਨਵਾਦ ਵਿੱਚ ਇਹ ਬਚਨ ਕੀਤੇ ਹੈ ਕਿ ਸੱਚੇ ਪਾਤਸ਼ਾਹ, ਇਹ ਤੁਹਾਡੀ ਮਿਹਰ ਹੈ ਕਿ ਬਾਬੇ ਬੁੱਢੇ ਦੁਆਰਾ ਹੈ ਤੋਂ ਪਰਮੇਸ਼ਰ ਰੂਪ ਪਰ ਮਾਧਮ ਇਹ ਸਭ ਬਣਾਇਆ। ਬਾਬਾ ਜੀ ਨੂੰ ਸਤਿਕਾਰ ਪਿਆਰ ਮਹਾਰਾਜ ਆਪ ਵੀ ਕਰ ਸਕਦੇ ਆ। ਉਹ ਕਹਿੰਦੇ ਗੁਰੂ ਨਾਨਕ ਦਾ ਖਜ਼ਾਨਾ ਅਸੀਂ ਆਪਣੇ ਘਰ ਲਈ ਨਹੀਂ ਵਰਤਣਾ, ਸੰਗਤ ਲਈ ਹੈ। ਸੰਗਤ ਲਈ ਬਾਬਾ ਬੁੱਢਾ ਜੀ ਕੋਈ ਜਾਣਾ ਪਊ ਤੁਹਾਨੂੰ, ਗੁਰੂ ਕਿਆਂ ਨੂੰ ਵੀ। ਦੇਖੋ ਮਰਜ਼ਾਦਾ ਪੁਰਸ਼ੋਤਮ ਮਹਾਰਾਜ, ਮਰਜ਼ਾਦਾ ਦਾ ਰੰਗਨ ਨਹੀਂ ਕੀਤਾ। ਆਪ ਹਾਲਾਂਕਿ ਸਮਰੱਥ ਹੈ, ਸਾਰੀ ਦੁਨੀਆ ਨੂੰ ਵਰਦਾਨ ਦੇ ਰਹੇ, ਆਪਣੇ ਘਰ ਲਈ ਨਹੀਂ ਵਰਤੀ ਗੁਰੂ ਨਾਨਕ ਦੀ। ਕਹਿੰਦੇ ਬਾਬੇ ਕੋ ਜਾਣਾ ਪਊ, ਜਾਣਾ ਪਿਆ। ਇਸ ਵਾਸਤੇ
ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਪਰਮੇਸ਼ਰ ਦਿੱਤਾ ਬੰਨਾ। ਪਰਮੇਸ਼ਰ ਜੋ ਪਰਮ ਐਸ਼ਵਰ ਦੇ ਮਾਲਕ ਨਿਰੰਕਾਰ ਪਰਮੇਸ਼ਰ, ਉਹਨੇ ਸਾਨੂੰ ਬੰਨਾ, ਕੁੱਲ ਦਾ ਬੰਨ, ਸੰਸਾਰ ਦੀ ਮਰਜ਼ਾਦਾ ਦਾ ਬੰਨ, ਛੇਵੇਂ ਪਾਤਸ਼ਾਹ ਇਹ ਵਰਦਾਨ ਰੂਪ ਬਾਬਾ ਬੁੱਢਾ ਜੀ ਦੁਆਰਾ ਦਿੱਤਾ ਹੈ। ਦੂਜਾ ਸੰਪਰਦਾ ਦਾ ਅਰਥ ਇਹ ਵੀ ਹੈ ਕਿ ਪਰਮੇਸ਼ਰ ਨੇ ਸਾਨੂੰ ਗਿਆਨ ਰੂਪੀ ਪੁੱਤਰ ਦਿੱਤਾ ਹੈ। ਕਿਉਂਕਿ ਕੁੰਭੇ ਬਦਾ ਜਲ ਰਹੇ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ। ਗਿਆਨ ਤੋਂ ਬਿਨਾਂ ਮਨ ਨਹੀਂ ਨਾ ਬੱਝਦਾ, ਧਿਆਨ ਬਿਨਾਂ ਬਿਰਤੀ ਨਹੀਂ ਟਿਕਦੀ, ਸੇਵਾ ਸਤਸੰਗ ਬਿਨਾਂ ਸੋਝੀ ਨਹੀਂ ਆਉਂਦੀ, ਹਿਰਦਾ ਸ਼ੁੱਧ ਨਹੀਂ ਹੁੰਦਾ। ਇਸ ਕਰਕੇ ਪਰਮੇਸ਼ਰ ਨੇ ਸਾਨੂੰ ਗਿਆਨ ਰੂਪੀ ਪੁੱਤਰ ਵੀ ਬਖਸ਼ਿਆ ਹੈ। ਦੁਖ ਰੋਗ ਕਾ ਡੇਰਾ ਭੰਨਾ। ਸਰੀਰ ਦੇ ਦੁੱਖ, ਮਨ ਦੇ ਰੋਗ ਜਿਹੜੇ ਛਾਉਣੀਆਂ ਪਾ ਪਾ ਕੇ ਬੈਠੇ ਸੀ ਨਾ, ਉਹ ਡੇਰਾ ਭੰਨਤਾ। ਇਹ ਸਾਰੀਆਂ ਚੌਂਕੀਆਂ ਉਠਾ ਦਿੱਤੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ। ਆਨੰਦ ਕਰਹਿ ਨਰ ਨਾਰੀ। ਸਾਹਿਬਜ਼ਾਦੇ ਦੇ ਅਵਤਰਨ ਸੰਗਤ ਦੇ ਜਿੰਨੇ ਵੀ ਇਸਤਰੀਆਂ ਪੁਰਸ਼ ਬੜਾ ਆਨੰਦ ਕਰਦੇ ਹਨ। ਅਥਵਾ ਜਦੋਂ ਗਿਆਨ ਰੂਪੀ ਪੁੱਤਰ ਹੋਇਆ, ਮਨ ਰੂਪੀ ਪੁਰਸ਼, ਇੰਦਰੀਆਂ ਰੂਪੀ ਨਾਰੀਆਂ, ਉਹ ਵੀ ਆਨੰਦ ਦੇ ਸਹਿਤ ਹੋ ਗਈਆਂ ਹਨ। ਹਰ ਹਰ ਪ੍ਰਭ ਕਿਰਪਾ ਧਾਰੀ। ਨਿਰੰਕਾਰ ਪਰਮੇਸ਼ਰ ਨੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਧਾਰਨਾ ਕੀਤੀ ਹੈ। ਸੰਤ ਹੋ ਸੁਖ ਹੋਆ ਸਭ ਥਾਈ। ਸਿੱਖ ਬੈਠੇ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ, ਭਾਈ ਜੇਠਾ ਸਾਹਿਬ, ਪੁਰਾਣਾ ਸਾਹਿਬ, ਬਿਧੀ ਚੰਦ ਪੈੜਾ, ਲੰਗਾ, ਬਾਬਾ ਮੰਝ, ਭਾਈ ਬਹਿਲੋ ਸਾਲੋ, ਬੜੇ ਬੜੇ ਗੁਰਸਿੱਖ ਸੰਗਤ 'ਚ ਬੈਠੇ ਬ੍ਰਹਮ ਗਿਆਨੀ, ਉਹਨਾਂ ਨੂੰ ਮੁਖਾਤਬ ਕਰ ਕਹਿੰਦੇ ਸੰਤ ਹੋ ਸੁਖ ਹੋਆ ਸਭ ਥਾਈ। ਕਿਉਂਕਿ ਜਦੋਂ ਫਿਰ ਸੁਲਵੀਹਾਂ ਚੜ੍ਹ ਕੇ ਆਏ ਸੀ ਤੇ ਮਹਾਰਾਜ ਫਿਰ ਬਡਾਲੀ ਸਾਹਿਬ ਚਲਾ ਗਿਆ ਸੀ। ਉੱਥੇ ਹੀ ਛੇਵੇਂ ਪਾਤਸ਼ਾਹ ਦਾ ਅਵਤਰਨ ਹੋਇਆ। ਮਹਾਰਾਜ ਦੇ ਅਵਤਾਰ ਦੀ ਖੁਸ਼ੀ 'ਚ 6 ਹਰਟਾ ਖੂਹ ਹੋਇਆ। ਸਿੱਧਾ ਸ਼ਹਿਰਟਾ ਕਹਿੰਦੇ ਨਾ, 6 ਹਰਟਾਂ ਵਾਲਾ ਖੂਹ ਅੱਜ ਵੀ ਹੈ। ਤੇ ਹੁਣ ਸ਼ਹਿਰ ਦਾ ਨਾਂ ਸ਼ਹਿਰਟਾ ਪੈ ਗਿਆ ਤੇ ਬਡਾਲੀ ਸਾਹਿਬ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹੈ ਸੰਤੋ, ਭਾਵੇਂ ਅਸੀਂ ਦਰਬਾਰ ਸਾਹਿਬ ਸੀਗੇ, ਕੋਈ ਮੌਕਾ ਆਇਆ ਬਡਾਲੀ ਸਾਹਿਬ ਜਾਣਾ ਪਿਆ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਸਦਕਾ ਉੱਥੇ ਵੀ ਸਾਨੂੰ ਆਨੰਦ ਬਣਿਆ ਰਿਹਾ। ਪਾਰ ਬ੍ਰਹਮ ਪੂਰਨ ਪਰਮੇਸ਼ਰ। ਬਾਬਾ ਬੁੱਢਾ ਸਾਹਿਬ ਜਿਹੜਾ ਪਾਰਬ੍ਰਹਮ ਪਰਮੇਸ਼ਰ ਆ ਨਾ, ਸਾਰੀਆਂ ਜਗ੍ਹਾ 'ਚ ਪੂਰਨ ਹੈ ਤੇ ਵਿਆਪਕ ਸਰੂਪ ਹੈ। ਰਾਏ ਰਹਿਆ ਸਭਨੀ ਜਾਈ। ਸਾਰੀਆਂ ਜਾਈ ਜਗ੍ਹਾ ਵਿੱਚ ਉਹ ਵਿਦਮਾਨ ਹੋ ਰਿਹਾ ਹੈ। ਵਿਸਰਾਮ ਦੇ ਕੇ ਸਾਰੀ ਟੇਕ ਦੀ ਪੰਕਤੀ ਦੁਆਰਾ ਮਿਹਰ ਕਰਦੇ ਹਨ। ਤੁਰ ਕੀ ਬਾਣੀ ਆਈ। ਬਾਬਾ ਬੁੱਢਾ ਸਾਹਿਬ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਂ ਦੇ ਮਾਧਮ ਦੁਆਰਾ ਸੱਚਖੰਡ ਤੋਂ ਸੰਸਾਰ 'ਚ ਆਈ ਹੈ। ਧੁਰ ਦਾ ਮਾਲਕ ਕੌਣ ਹੈ? ਪਰਮੇਸ਼ਰ। ਉਹਦੇ ਵੱਲੋਂ ਬਾਣੀ ਆਈ ਹੈ। ਹੁਣ ਆਪਾਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਬਾਣੀ ਦਾ ਬੜਾ ਮਹਾਤਮ ਹੈ। ਬਾਬਾ ਠਾਕੁਰ ਸਿੰਘ ਜੀ ਨਾ ਅਸਾਮ 'ਚ ਗਏ। ਉੱਥੇ ਚਲੇ ਗਏ, ਇੱਕ ਬ੍ਰਾਹਮਣ ਬੜਾ ਵਿਦਵਾਨ ਸੀ, ਬੜਾ ਪੰਡਤ ਸੀ, ਵੇਦਾਂ ਸ਼ਾਸਤਰਾਂ ਦਾ ਗ੍ਰੰਥ ਵੀ ਸਾਰੇ ਰੱਖੇ ਸੀ ਸੰਸਕ੍ਰਿਤ ਦੇ। ਤੇ ਉਹ ਵੀ ਸੋਭਾ ਸੁਣ ਕੇ ਮਹਾਂਪੁਰਖਾਂ ਦੇ ਦਰਸ਼ਨ ਲਈ ਆਇਆ। ਕਿਉਂਕਿ ਬਾਬਾ ਜੀ ਹਰ ਵੇਲੇ ਬਾਣੀ ਦੇ ਨਾਲ ਹੀ ਭਿੱਜੇ ਰਹਿੰਦੇ, ਪੂਰੇ ਨਾਮ ਰਸੀਏ ਸੀਗੇ। ਬਾਣੀ ਸੁਣਨੀ ਤੇ ਆਪਣੇ ਅੰਦਰੋਂ ਸ਼ਬਦ ਜਪਣਾ, ਵਚਨ ਬਹੁਤ ਘੱਟ ਕਰਦੇ ਸੀ। ਤੇ ਆ ਕੇ ਦਰਸ਼ਨ ਲਈ ਬੇਨਤੀ ਕੀਤੀ ਤੇ ਮਹਾਰਾਜ ਮੈਂ ਬਹੁਤ ਗ੍ਰੰਥ ਪੜ੍ਹੇ ਤੇ ਮਨ ਨੂੰ ਸ਼ਾਂਤੀ ਨਹੀਂ, ਕਿਰਪਾ ਕਰੋ। ਮਹਾਂਪੁਰਖਾਂ ਨੇ ਕਿਹਾ ਭਈ ਹਿੰਦੀ ਦਾ ਗੁਟਕਾ ਤੁਹਾਨੂੰ ਸ੍ਰੀ ਸੁਖਮਨੀ ਸਾਹਿਬ ਦਾ ਲਿਆ ਦਿੰਦੇ ਹਾਂ। ਕਹਿੰਦੇ ਨਹੀਂ ਜੀ, ਮੈਂ ਸਾਰੀਆਂ ਬੋਲੀਆਂ ਪੜ੍ਹ ਲੈਣਾ, ਗੁਰਮੁਖੀ ਦਾ ਹੀ ਬਖਸ਼ ਦਿਓ। ਬਾਬਾ ਜੀ ਨੇ ਸੁਖਮਨੀ ਸਾਹਿਬ ਦਾ ਗੁਟਕਾ ਬਖਸ਼ਤਾ ਤੇ ਉਸ ਨੇ ਜਿਹੜੇ ਪਾਠ ਕੀਤਾ, ਪਿਛਲਾ ਕਰਮ ਜਾਗਿਆ, ਬਿਰਤੀ ਟਿਕ ਗਈ। ਉਹ ਕਹਿਣ ਲੱਗਾ ਮਹਾਰਾਜ ਮੈਂ ਸਾਰੀ ਉਮਰ ਇਹ ਗ੍ਰੰਥ ਪੜ੍ਹਦਾ ਰਿਹਾ, ਮਨ 'ਚ ਸ਼ਾਂਤੀ ਟਿਕਾ ਨਹੀਂ ਆਇਆ। ਮੈਂ ਸਾਰੇ ਜਾਂ ਅਗਨ ਭੇਟ ਕਰ ਦੇਣੇ ਆ ਜਾਂ ਦਰਿਆ ਵਿੱਚ ਰੋੜ ਦੇਣੇ। ਬਾਬਾ ਜੀ ਕਹਿੰਦੇ ਨਹੀਂ, ਇਹਨਾਂ ਗ੍ਰੰਥਾਂ ਨੇ ਤੈਨੂੰ ਸੰਸਕਾਰ ਸੀ ਤਾਂ ਹੀ ਤੂੰ ਸੰਗਤ 'ਚ ਆਇਆ।
ਤੇ ਕੋਈ ਵੀ ਜਿਹੜਾ ਧਾਰਮ ਗ੍ਰੰਥ ਮਾੜਾ ਨਹੀਂ ਹੁੰਦਾ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਸੋ ਜੋ ਨਾ ਵਿਚਾਰੇ, ਐਸੀ ਗੱਲ ਨਹੀਂ। ਕਹਿੰਦੇ ਫੇਰ ਕਹਿੰਦੇ ਤੂੰ ਐਂ ਕਰ, ਇਹ ਬਾਣੀ ਦਾ ਗੁਟਕਾ ਨਾ ਸਾਰੇ ਗ੍ਰੰਥਾਂ ਦੇ ਉੱਤੇ ਰੱਖ ਦੇ, ਬਾਣੀ ਦੇ ਸਤਿਕਾਰ ਲਈ। ਹੁਣ ਉਹ ਸ਼ਰਧਾ ਬਹੁਤ ਵੱਜ ਗਈ। ਕਹਿੰਦਾ ਮਹਾਰਾਜ ਵੀ ਸਾਡੇ ਘਰੇ ਲੰਗਰ ਦੀ ਸੇਵਾ ਬਖਸ਼ੋ। ਹੁਣ ਆਪਣੇ ਜਿਹੜੇ ਸਿੰਘ ਆ ਤੁਹਾਨੂੰ ਪਤਾ ਵੀ ਥੋੜ੍ਹੇ ਜਿਹਾ ਤਿਆਰ ਪਰ ਤਿਆਰ ਹੈ ਨਾ, ਇਹ ਸਹਿਜਧਾਰੀ ਹੈ। ਅਤੇ ਬਾਬਾ ਜੀ ਕਹਿੰਦੇ ਇਉਂ ਨਾ ਕਰੋ, ਦੇਖੋ ਉਹਦੀ ਸ਼ਰਧਾ ਕਿੰਨੀ ਹੈ। ਹਾਂਜੀ, ਅਤੇ ਜਦੋਂ ਸੰਗਤ ਨਾਲ ਜੁੜੂਗਾ ਅਤੇ ਸਾਡੇ ਨਾਲ ਨੇੜਤਾ ਕਰੇਗਾ ਅਤੇ ਉਹ ਨੇੜੇ ਹੋ ਜਾਏਗਾ। ਕਿ ਤੁਸੀਂ ਰਸ ਪਾਣੀ ਲੈ ਲਓ, ਆਪ ਲੰਗਰ ਤਿਆਰ ਕਰੋ। ਉੱਥੇ ਫਿਰ ਲੰਗਰ ਪਾਣੀ ਸਿੰਘਾਂ ਨੇ ਤਿਆਰ ਕੀਤਾ, ਸੰਗਤ ਸਾਰੀ ਨੇ ਛਕਿਆ ਵਿਧੀ ਮਰਿਆਦਾ ਪੂਰਵਕ। ਤੋ ਇੰਨਾ ਸ਼ਰਧਾਲੂ ਬਣ ਗਿਆ। ਸੋ ਕਹਿਣ ਤੋਂ ਭਾਵ ਬਾਣੀ ਜੇ ਅੰਦਰ ਭਾਵਨਾ ਬਣ ਜਾਏ, ਮਹਾਂਪੁਰਸ਼ ਦੀ ਕਿਰਪਾ ਹੋ ਜਾਏ ਤੇ ਐਸਾ ਹੈ। ਹੁਣ ਭਾਈ ਖਜ਼ਾਨ ਸਿੰਘ ਤੁਹਾਡੇ ਰਹੇ ਕਲੋਸ, ਬਾਬਾ ਜੀ ਦਾ ਪਿੰਡ ਤਾਂ ਉੱਧਰ ਸੀਗਾ ਲਾਹੌਰ 'ਚ। ਪਾਕਿਸਤਾਨ ਤੋਂ ਬਾਅਦ ਮਖੂ ਨੇੜੇ ਸਦਰ ਵਾਲਾ ਜਿਹੜਾ ਉੱਥੇ ਫਿਰ ਉਹ ਜ਼ਮੀਨ ਉਹਨਾਂ ਦੀ ਅਲਾਟ ਹੋਈ। ਅਤੇ ਬਾਬਾ ਜੀ ਦੇਖ ਲਓ ਆਪਣਾ ਹਿੱਸਾ ਵੀ ਗੁਰੂ ਕੇ ਲੰਗਰ 'ਚ ਹੀ ਪਾਉਂਦੇ ਰਹੇ। ਉਹਨਾਂ ਤੋਂ ਬਾਅਦ ਵਿੱਚ ਸੰਗਤ ਨੂੰ ਬੜਾ ਹੋਇਆ ਕਿ ਬਾਬਾ ਜੀ ਦੇ ਪਿੰਡ 'ਚ ਵੀ ਯਾਦਗਾਰ ਚਾਹੀਦੀ। ਉੱਥੇ ਫਿਰ ਪੰਜਾਂ ਪਿਆਰਿਆਂ ਦਾਸ ਨੂੰ ਵੀ ਬੁਲਾਇਆ ਸੀ। ਹੁਣ ਜਗ੍ਹਾ ਵਾਸਤੇ ਸਾਰੇ ਕਰਨ, ਅਤੇ ਜਗ੍ਹਾ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਸ਼ਹਿਰ ਨੇੜੇ ਹੈ, ਜਗ੍ਹਾ ਵੀ ਮਹਿੰਗੀਆਂ ਬੜੀਆਂ। ਭਾਈ ਖਜ਼ਾਨ ਸਿੰਘ ਨੇ ਬੜੀ ਹਿੰਮਤ ਕੀਤੀ। ਆਪਣੀ ਜਿਹੜੀ ਇਹਨਾਂ ਦੀ ਪਿਤਾ ਪੁਰਖੀ ਜ਼ਮੀਨ ਸੀ, ਅੱਜ ਉਹ ਲੱਖਾਂ 'ਚ ਮਰਲੇ ਵਿਕਦੇ, ਇਹਨੇ ਫਿਰ 2 ਕਿੱਲੇ ਅਰਦਾਸ ਕਰਾਤੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਈ ਹੈ ਮਹਾਰਾਜ ਦੇ। ਉੱਥੇ ਫਿਰ ਨਿਸ਼ਾਨ ਚੋ ਲਗਾ, ਗੁਰਦੁਆਰੇ ਬਣ ਗਏ। ਅਤੇ ਇੱਥੇ ਤੁਹਾਡਾ ਸੰਗਤ ਦਾ ਵੀ ਇਹਨਾਂ ਨੇ ਚੂਨ ਭੂਨ ਜਿਹੜਾ ਸੀ ਉੱਥੇ ਲਿਜਾ ਕੇ ਪਾਇਆ। ਬੇਅੰਤ ਸੇਵਾ ਇਹਨਾਂ ਨੇ ਉੱਥੇ ਕੀਤੀ ਹੈ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ। ਸ਼ਰਧਾ ਔਰ ਪਿਆਰ ਦੀਆਂ ਗੱਲਾਂ ਹੈਗੀਆਂ। ਅਤੇ ਇਹਨਾਂ ਦੇ ਮਨ 'ਚ ਵੀ ਬਾਬਾ ਜੀ ਦੇ ਉੱਤੇ ਬੜੀ ਸ਼ਰਧਾ ਸੀ, ਵਿਸ਼ਵਾਸ ਸੀ। ਅਤੇ ਸੰਪਰਦਾ ਵਿੱਚ ਰਹੇ ਹੈ, ਸੰਥਿਆ ਪੰਥਿਆ ਵੀ ਕੀਤੀ ਹੈ। ਤੁਹਾਡੇ ਇੱਥੇ ਗੁਰੂ ਘਰ 'ਚ ਵੀ ਗ੍ਰੰਥੀ ਸਿੰਘ ਦੀ ਸੇਵਾ ਕਈ ਚਿਰ ਨਿਭਾਉਂਦੇ ਰਹੇ ਆ। ਸੋ ਇਸ ਵਾਸਤੇ ਇਹ ਸਾਰੀ ਗੱਲ ਪਿਆਰ ਦੀ ਹੈ, ਸ਼ਰਧਾ ਦੀ ਹੈ, ਭਗਤੀ ਦੀ ਹੈ। ਅਤੇ ਜਿਹੜਾ ਦਾਨ ਪੁੰਨ ਕਰਨਾ ਹੈ ਵੀ ਔਖਾ ਬਹੁਤ ਹੁੰਦਾ। ਨਹੀਂ ਬੰਦਾ ਕਹਿੰਦਾ ਮਿਲ ਜਾਏ ਛੱਡਣ ਨੂੰ ਚਿੱਤ ਨਹੀਂ ਕਰਦਾ। ਪਰ ਦੇਖ ਲਓ ਵੀ ਇਹ ਇਹਨਾਂ ਨੇ ਕਰੋੜ ਦੀ ਪ੍ਰਾਪਰਟੀ ਹੋਣੀ ਹੈ, ਜਿਹੜਾ ਲਾਲਚ ਨਹੀਂ ਕੀਤਾ। ਫਿਰ ਇੱਥੋਂ ਵੀ ਸੰਗਤ ਦਾ ਜੋ ਚੂਨ ਭੂਨ ਸੀ ਉੱਥੇ ਜਾ ਕੇ ਲਾਉਂਦੇ ਰਹੇ। ਸੋ ਬਾਬਾ ਜੀ ਵੀ ਇੱਥੇ ਦੇਖੋ ਆਏ ਆ ਨੌਜਵਾਨ ਮਿਲਦੇ ਆ, ਇਹਨਾਂ ਨੂੰ ਦਿਸ਼ਾ ਦੇ ਗਿਆ। ਦੇਖ ਲਓ ਆਪ ਸਟੇਜ 'ਤੇ ਫਤਿਹ ਭਾਵੇਂ ਬੁਲਾਉਣ ਨਹੀਂ, ਪਰ ਮਹਾਂਪੁਰਖਾਂ ਦਾ ਜੀਵਨ ਜਿਹੜਾ ਨਾ ਉਹਦੇ 'ਚ ਆਕਰਸ਼ਣ ਸ਼ਕਤੀ ਹੁੰਦੀ ਹੈ। ਹੁਣ ਫੁੱਲ ਥੋੜ੍ਹੀ ਕਹਿੰਦਾ ਮੈਨੂੰ ਸੁੰਘੋ, ਪਰ ਉਹਦੀ ਸੁਗੰਧੀ ਭੌਰੇ ਨੂੰ ਵੀ ਪ੍ਰੇਮੀਆਂ ਨੂੰ ਵੱਲੋਂ ਵੱਲੀ ਖਿੱਚ ਲਾਉਂਦੀ। ਇਸ ਤਰ੍ਹਾਂ ਜਿਹੜੇ ਕਮਾਈ ਵਾਲੇ ਮਹਾਂਪੁਰਸ਼ ਆ ਉਹਨਾਂ ਦੀ ਬੰਦਗੀ ਦਾ ਪ੍ਰਤਾਪ ਹੁੰਦਾ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ ਭੇਟਤ ਹੋਤ ਨਿ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ ਸਾਰੇ ਗੁਰਸਿੱਖ ਉਹਨਾਂ ਨੂੰ ਮੁਖਾਤਬ ਕਰਕੇ ਸੰਤੋਖ ਸੁਖ ਹੋਆ ਸਭ ਥਾਈਂ, ਪਾਰਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨਹੀਂ ਜਾਈ, ਸਾਰੀਆਂ ਜਗ ਵਿਆਪਕ ਹੋ ਰਿਹਾ ਰਹਾਓ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟੇ। ਬਾਣੀ ਦੀ ਮਹਿਮਾ ਤੇ ਬਾਬਾ ਜੀ ਦਾ ਬਚਨ ਸੁਣਾਇਆ ਸੀ। ਕਹਿੰਦੇ ਇਹ ਜਿਹੜੀ ਬਾਣੀ ਆ ਇਹ ਸਾਰੀਆਂ ਚਿੰਤਾ ਨੂੰ ਮਿਟਾ ਦਿੰਦੀ ਹੈ। ਦਇਆਲ ਪੁਰਖ ਮਿਹਰਬਾਨਾ, ਉਹ ਪੁਰਖ ਪਰਮਾਤਮਾ ਮਿਹਰਬਾਨ ਆ ਅਤੇ ਬਹੁਤ ਦਿਆਲੂ ਹੈ, ਜੀਵਾਂ ਤੇ ਦਇਆ ਕਰਦਾ ਹੈ। ਹਰਿ ਨਾਨਕ ਸਾਚ ਵਖਾਨਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਸਾਡੇ ਜੋ ਵੱਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਹਨ, ਉਹਨਾਂ ਨੇ ਸੱਚ ਦਾ ਵਿਖਿਆਨ ਕੀਤਾ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ
ਸੱਚ ਕੀ ਬੇਲੋ। ਇਹ ਸੱਚ ਦੀ ਬਾਣੀ ਆ। ਸੱਚ ਕੀ ਬਾਣੀ ਨਾਨਕ ਆਖੇ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਕੋਲੋਂ ਨਹੀਂ ਕਹਿੰਦੇ, ਜੋ ਸਾਡੇ ਗੁਰੂ ਸਾਹਿਬ ਨੇ ਸੱਚ ਦਾ ਬਖਿਆਨ ਕੀਤਾ, ਅਸੀਂ ਵੀ ਮਹਾਰਾਜ ਦੇ ਬਚਨਾਂ ਨੂੰ ਰਿਪੀਟ ਕਰ ਰਹੇ ਹਾਂ, ਦੁਹਰਾ ਰਹੇ ਹਾਂ। ਦੇਖ ਲਓ, ਹਾਲਾਂਕਿ ਉਸ ਗੱਦੀ ਤੇ ਆ, ਆਪਣਾ ਆਪ ਨਹੀਂ ਜਣਾਇਆ। ਕਹਿੰਦੇ ਕਿ ਜੋ ਸੱਚ ਸੀ ਉਹਦਾ ਬਖਿਆਨ ਕੀਤਾ ਹੈ। ਹਾਂਜੀ, ਪੜ੍ਹ ਦਿਓ ਪੰਕਤੀਆਂ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਹਰੀ ਨਿਰੰਕਾਰ ਦਾ ਜੋ ਹੁਕਮ ਸੀ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਵੀ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ ਉਹਦੇ ਮੁਤਾਬਕ ਸੱਚ ਦਾ ਹੀ ਬਖਿਆਨ, ਸੱਚ ਦਾ ਹੀ ਭਾਸ਼ਣ ਦਿੱਤਾ ਹੈ। ਸੋ ਸਤਸੰਗੀਓ, ਇਹ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿਚਾਰ ਰੋਜ਼ ਕਰ ਲਓ, ਫੇਰ ਵੀ ਉਹੀ ਆਨੰਦ ਹੈ। ਅਖਬਾਰ ਆ, ਰਸਾਲਾ ਆ, ਇੱਕ ਵਾਰੀ ਪੜ੍ਹ ਲਓ ਅਖਬਾਰ, ਮੁੜ ਕੇ ਨਹੀਂ ਰੱਦੀ ਸੁੱਟ ਦਿੰਦੇ। ਪਰ ਗੁਰੂ ਸਾਹਿਬ ਦੀ ਬਾਣੀ ਆ, ਆਪਾਂ ਰੋਜ਼ ਉਹੀ ਨਿਤਨੇਮ ਕਰਦੇ, ਉਹੀ ਨਵਾਂ ਹੀ ਰਸ, ਨਵਾਂ ਹੀ ਪਿਆਰ, ਇਹ ਸਦਾ ਨਵੀਨ ਰਹਿੰਦੀ। ਇਹਦੇ 'ਚ ਇੰਨੀਆਂ ਬਰਕਤਾਂ। ਸੋ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ। ਭਾਵੇਂ ਸੰਗਤ ਵਿੱਚ 2 ਦਿਨ ਦਾ ਅਨਾਊਂਸਮੈਂਟ ਹੋਇਆ ਸੀ, ਕਿਉਂਕਿ ਪਰਸੋਂ ਫਿਰ ਮੈਂ ਵਾਪਸ ਜਾਣਾ ਅਤੇ ਸੰਤ ਹਰਕੋਲ ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਦੀ ਬਰਸੀ ਹੈ ਅਤੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਵੀ ਹੈ। ਅਤੇ ਇਸ ਕਰਕੇ ਫਿਰ ਸਮਾਂ ਜਿਵੇਂ ਨਿਸ਼ਚਿਤ ਹੋਇਆ ਸੰਗਤ ਦਾ ਪਿਆਰ ਬਹੁਤ ਹੈ। ਗੁਰੂ ਘਰਾਂ ਤੋਂ ਸਾਰੇ ਪਾਸਿਓਂ ਹੀ ਪ੍ਰਬੰਧਕ ਬਹੁਤ ਖਿੱਚ ਕਰਦੇ ਹੈ। ਤੋ ਸਮਾਂ ਫਿਰ ਮਹੀਨਾ ਸੀ ਅਤੇ 1 ਹਫ਼ਤਾ ਤਾਂ ਫਿਰ ਜਹਾਜ਼ਾਂ 'ਚ ਨਿਕਲ ਜਾਂਦਾ ਆਉਣ ਜਾਣ, ਅਤੇ 21 ਦਿਨ ਸੀ ਅਤੇ ਕੁਝ ਦਿਨ ਇੱਥੇ ਸੀ ਕੈਨੇਡਾ ਅਤੇ ਐਤਕੀ ਅਮਰੀਕਾ ਦਾ 10-12 ਦਿਨ ਲੱਗੇ ਹੈ। ਪ੍ਰਬੰਧਕਾਂ ਤੋਂ ਵੀ, ਸਾਰੇ ਸੇਵਾਦਾਰਾਂ ਤੋਂ, ਸਾਰੀ ਸੰਗਤ ਤੋਂ ਮਾਫੀ ਮੰਗਦੇ ਹਾਂ ਕਿ ਆਪ ਜੀ ਦਾ ਪਿਆਰ ਬਹੁਤ ਵੱਡਾ ਸੀ, ਪਰ ਉਹ ਸਮਾਂ ਇਸ ਤਰ੍ਹਾਂ ਸੀ ਕਿ ਆਪ ਜੀ ਦੇ ਬਚਨ ਜਿਹੜੇ ਉਹ ਪੂਰੇ ਨਹੀਂ ਕਰ ਸਕੇ, ਪੂਰਾ ਸਮਾਂ ਨਹੀਂ ਦੇ ਸਕੇ, ਅਤੇ ਸੰਗਤ ਸਾਰੀ ਤੋਂ ਮਾਫੀ ਮੰਗਦੇ ਹਾਂ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਵੀ ਅਮਰੀਕਾ ਮੈਂ ਕਿਹਾ ਮਨਾਉਂਦੇ ਨਹੀਂ, ਆਪਾਂ ਅਵਤਾਰ ਦਿਨ ਮਨਾਉਂਦੇ ਹਾਂ। ਅਤੇ ਹੋਤੀ ਮਿਲਣਾ ਧੰਨ ਧੰਨ ਬਾਬਾ ਕਰਮ ਸਿੰਘ ਮੁੱਢ ਤੋਂ ਮਨਾਉਂਦੇ ਸੀ, ਉੱਥੇ ਅਸੀਂ ਮਨਾਉਂਦੇ ਹਾਂ। ਇੱਥੇ ਵੀ ਫਿਰ ਮਨਾਇਆ ਅਤੇ ਬਾਬਾ ਆਇਆ ਸਿੰਘ ਦੀ ਬਰਸੀ ਵੀ ਉੱਥੇ ਅਮਰੀਕਾ ਪਹਿਲੀ ਵਾਰੀ ਮਨਾਈ ਹੋਤੀ ਮਿਲਣ ਵਾਲਿਆਂ ਦੀ। ਸੋ ਇਕੱਲੇ ਹੀ ਉਹ ਸਿੰਘ ਆਇਆ, ਉੱਥੋਂ ਫੋਟੋਆਂ ਖਿੱਚ ਕੇ ਲਿਆਇਆ। ਸਮੇਂ ਦੀਆਂ ਦੇਖੋ ਗੱਲਾਂ ਕਿ ਅੱਜ ਉਹ ਸਥਾਨ ਉਜੜੇ ਪਏ। ਅਮਰੀਕਾ ਦੇ ਸਿੰਘ ਸੀਗੇ, ਉਹ ਨਹੀਂ ਹੁਣ ਜਗਤ ਮਾਤਾ ਸਾਹਿਬ ਕੌਰ ਜੀ ਦਾ ਜੋ ਅਵਤਾਰ ਸਥਾਨ ਹੈ ਨਾ, ਆਪਣੇ ਜੇਹਲਮ ਜ਼ਿਲ੍ਹੇ ਦੇ ਵਿੱਚ ਰੋਹਤਾਸ ਪਿੰਡ, ਉੱਥੇ ਉਹ ਸੇਵਾ ਕਰਾ ਰਹੇ। ਇੰਨਾ ਦੇਖੋ ਨਾ ਜਾ ਕੇ ਕਿੱਥੇ, ਅਤੇ ਨਹੀਂ ਤਾਂ ਉਹ ਚੋਹਾ ਸਾਹਿਬ ਗੁਰਦੁਆਰਾ ਸਾਰਾ ਹੀ। ਹਾਂਜੀ, ਸਮੇਂ ਦੀਆਂ ਗੱਲਾਂ। ਅਤੇ ਅੱਜ ਸਾਡੇ 480 ਅਸਥਾਨ ਆ ਇਤਿਹਾਸਕ, ਬਾਕੀ ਤਾਂ ਬੇਅੰਤ ਆ, ਅਤੇ ਜਿਹੜੇ ਸੇਵਾ ਦੇ ਅਧੀਨ ਆ, ਕਿਉਂਕਿ ਇਹ ਤਾਂ ਸਥਾਨ ਤਾਂ ਸੇਵਾ ਨਾਲ ਹੀ ਆ, ਜਿੱਥੇ ਪ੍ਰਬੰਧਕ ਨਹੀਂ, ਕੁਛ ਨਹੀਂ। ਕਿੱਥੇ ਲੰਗਰ 24 ਘੰਟੇ ਚੱਲਦੇ ਸੀ, ਨਿਸ਼ਾਨ ਝੁੱਲਦੇ ਸੀਗੇ। ਅੱਜ ਦੇਖੋ ਪਤਾ ਨਹੀਂ ਪਰਮੇਸ਼ਰ ਨੂੰ ਕੀ ਭਾਉਂਦਾ ਹੈ ਕਿ ਅੱਜ ਉਹ ਸਥਾਨ ਜਾਣੀ ਦੇਖ ਕੇ ਰੋਣ ਆਉਂਦਾ ਹੈ ਕਿ ਪਰਮੇਸ਼ਰ ਨੂੰ ਇਹ ਗਤੀ ਕਿਸ ਤਰ੍ਹਾਂ ਦੀ ਹੈ। ਇਹਨਾਂ ਸਾਡੇ ਚੌਧਰੀਆਂ ਦੀਆਂ ਗਲਤੀਆਂ ਦੇ ਨਾਲ ਇਹ ਸਾਰਾ ਕੁਝ ਹੋਇਆ। ਸੋ ਮਹਾਰਾਜ ਕਿਤੇ ਕਿਰਪਾ ਕਰੇ। ਅਰਦਾਸ ਰੋਜ਼ ਸੰਗਤ ਕਰਦੀ ਹੈ ਕਿ ਇਹਨਾਂ ਸਥਾਨਾਂ ਦੀ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ੋ। ਇਹ ਤਾਂ ਹੁਣ ਮਹਾਰਾਜ ਦਾ ਹੁਕਮ ਵਿੱਚ ਹੀ ਹੈ। ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਵਿਚਾਰ ਪੜ੍ਹੇ ਸੁਣੇ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਨਿਵਾਸ ਕਰਨ। ਭਾਵੇਂ ਅਨਾਊਂਸਮੈਂਟ 2 ਦਿਨਾਂ ਦੀ ਸੀ, ਲਿਸਟ ਵਾਲੇ ਪ੍ਰਬੰਧਕ ਉਹਨਾਂ ਨੇ ਪ੍ਰਬੰਧਕਾਂ ਦੇ ਨਾਲ ਬਚਨ ਕੀਤਾ ਅਤੇ ਫਿਰ ਉਹ ਕੱਲ੍ਹ ਦਾ ਦਿਨ ਉਹਨਾਂ ਨੇ ਇੱਥੋਂ ਦੀ ਸੰਗਤ ਨੂੰ ਮਨਾ ਲਿਆ। ਅਤੇ ਮੈਂ ਮਾਫੀ ਮੰਗਦਾ ਤੁਹਾਤੋਂ ਸਾਰਿਆਂ ਤੋਂ। ਅਨਾਊਂਸਮੈਂਟ 2 ਦਿਨ ਦੀ ਹੋਈ ਸੀ,
ਤੇ ਹੁਣ ਪ੍ਰਬੰਧਕਾਂ ਨੇ ਉਹਨਾਂ ਨੇ ਵੀ ਇਹਨਾਂ ਨੇ ਵੀ ਪ੍ਰਵਾਖ ਦਿਲੀ ਦਿਖਾਈ, ਨਹੀਂ ਤਾਂ ਅਨਾਊਂਸਮੈਂਟ ਹੋਇਆ ਸੀ ਤੇ ਹੁੰਦਾ ਹੀ ਆ। ਪ੍ਰਬੰਧਕਾਂ ਨੂੰ ਵੀ ਸੰਗਤ 'ਚ ਫਿਰ ਜਵਾਬਦੇਹੀ ਹੁੰਦੀ ਹੈ, ਪਰ ਉਹ ਫਿਰ ਉਹਨਾਂ ਨੇ ਪਹਿਲਾਂ ਬੇਨਤੀ ਸੰਗਤ ਨੂੰ ਕਰ ਦਿੱਤੀ ਸੀ। ਸੋ ਗੱਲ ਤਾਂ ਇਹ ਹੈ ਕਿ ਜੇ ਬਚਨ ਮੰਨ ਲਈਏ ਨਾ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਅੱਜ ਕਰ ਲਓ, ਕੱਲ੍ਹ ਕਰ ਲਓ, ਇਹ ਤਾਂ ਸਤਿਨਾਮ ਦਾ ਪੌੜਾ ਜਿੰਨਾ ਲੰਮਾ ਉਹਨੇ ਚੌੜਾ ਮੁੱਕਣ ਵਾਲਾ ਤਾਂ ਹੈ ਨਹੀਂ। ਸੋ ਇਸ ਕਰਕੇ ਜਿਹੜੀ ਬੇਨਤੀ ਕੀਤੀ ਆ ਨਾ, ਉਹ ਆਪਾਂ ਰਲ ਮਿਲ ਕੇ ਜੇ ਚੱਲਾਂਗੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਨਾ ਕਲਗੀਆਂ ਵਾਲੇ ਨੇ। ਇੱਕ ਦਿਨ ਚੌਲਾਂ ਦੀ ਦੇਗ ਬਣਾਈ, ਹਰਨ ਛੱਡਤੇ, ਉਹ ਰੱਜ ਕੇ ਢਿੱਡ ਭਰ ਕੇ ਚੱਲ ਗਏ। ਤੇ ਇੱਕ ਦਿਨ ਫਿਰ ਕੁੱਤੇ ਛੱਡਤੇ, ਉਹ ਕੁੱਤਿਆਂ ਨੇ ਖਾਣਾ ਕੀ, ਕੁੱਤੇ ਦਾ ਕੁੱਤਾ ਬੈਰੀ, ਵੱਡ ਵੱਡ ਲਹੂ ਲੁਹਾਨ ਹੋ ਗਿਆ। ਕਹਿੰਦੇ ਖਾਲਸਾ ਜੀ ਸਮਝੇ? ਕਹਿੰਦੇ ਮਹਾਰਾਜ ਆਪ ਕਿਰਪਾ ਕਰੋ, ਸਾਡੇ ਤਾਂ ਸਮਝ ਆਈ ਨਹੀਂ। ਕਹਿੰਦੇ ਜੇ ਤਾਂ ਹਰਨਾ ਮੂੰਹ ਉਤਪਾਕ ਕਰਕੇ ਚਲੋਗੇ ਨਾ, ਢਿੱਡ ਭਰ ਕੇ ਪੂਛਾਂ ਲਾਉਂਦੇ ਜਿਵੇਂ ਚਲ ਗਏ, ਫਿਰ ਤਾਂ ਸਾਰਾ ਕੁਛ ਮਿਲੂ। ਤੇ ਜੇ ਕੁੱਕਰ ਬਿਰਤੀ ਧਾਰੋਗੇ, ਵੱਢ ਕੇ ਲਹੂ ਲਹਾਨ ਹੋਵੇ, ਪੱਲੇ ਕੁਛ ਨਹੀਂ ਪੈਣਾ। ਏਕਤਾ ਦੀ ਲੋੜ ਹੈ, ਪਿਆਰ ਦੀ ਲੋੜ ਹੈ, ਇਤਫਾਕ ਦੀ ਜ਼ਰੂਰਤ ਹੈ। ਸੋ ਬਾਕੀ ਮਹਾਰਾਜ ਨੇ ਤਾਂ ਕੋਈ ਕਮੀ ਭੁੱਖ ਪੀੜ ਛੱਡੀ ਨਹੀਂ। ਅਸੀਂ ਕਿੰਨੀਆਂ ਗਲਤੀਆਂ ਕਰਦੇ, ਫਿਰ ਵੀ ਮਹਾਰਾਜ ਕਿੰਨੀ ਮਿਹਰ ਕਰੀ ਜਾਂਦੇ ਆ। ਤੇ ਜੇ ਸੱਚੇ ਇਰਾਦੇ ਨਾਲ ਮਹਾਰਾਜ ਦੇ ਗੁਰਸਿੱਖ ਬਣ ਜਾਈਏ, ਫਿਰ ਤਾਂ ਬਰਕਤਾਂ ਬਰਕਤਾਂ ਚੜ੍ਹਦੀਆਂ ਕਲਾ। ਸੋ ਇਸ ਕਰਕੇ ਆਪ ਸਾਰੇ ਸਿਆਣੇ ਆ, ਜ਼ਿਆਦਾ ਕੀ ਕਹੀਏ, ਪਰ ਫਿਰ ਵੀ ਹੁਣ ਆਪਾਂ ਆਪਸ ਵਿੱਚ ਹੀ ਬਹਿ ਕੇ ਵਿਚਾਰ ਕਰਨੀ ਆ। ਸਾਨੂੰ ਕਿਸੇ ਦੂਏ ਮੱਤ ਨੇ ਉਪਦੇਸ਼ ਨਹੀਂ ਦੇਣਾ। ਇਹ ਤਾਂ ਸਾਨੂੰ ਮਹਾਰਾਜ ਗੁਰੂ ਗ੍ਰੰਥ ਚਰਨਾਂ 'ਚ ਬਹਿ ਕੇ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਜ਼ਰੂਰੀ ਵੀ ਹੈ ਤੇ ਇਹਦੇ 'ਤੇ ਅਮਲ ਕਰਨਾ ਵੀ ਜ਼ਰੂਰੀ ਹੈ। ਸੋ ਪ੍ਰਬੰਧਕਾਂ ਦਾ ਵੀ, ਸਾਰੀ ਸੰਗਤ ਦਾ, ਭਾਈ ਕਰਨੈਲ ਸੁਣੇ, ਭਾਈ ਖਜਾਨ ਸਿੰਘ, ਸਾਰੇ ਸਿੰਘਾਂ ਨੇ ਬਹੁਤ ਪਿਆਰ ਦਿਖਾਇਆ। ਤੇ ਸਮਾਂ ਭਾਵੇਂ ਥੋੜ੍ਹਾ ਸੀ, ਪਰ ਪਿਆਰ ਵੱਡਾ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਹੁਣ ਮੈਂ ਵੀ 88 ਤੋਂ ਹੋਣਾ ਤੇ ਬੱਚਾ ਬੱਚਾ ਜਾਣਦਾ ਆ, ਤੇ ਉਹ ਪਰਿਵਾਰਕ ਤੌਰ 'ਤੇ ਜਿਵੇਂ ਮੈਂਬਰ ਹੁੰਦੇ ਨਾ, ਇਉਂ ਤੁਹਾਡੇ ਬਣ ਗਏ ਹੋ। ਇਸ ਕਰਕੇ ਸੰਗਤ ਫਿਰ ਪਿਆਰ ਕਰਦੀ। ਹੁਣ 34-35 ਸਾਲ ਤਾਂ ਹੋ ਗਏ ਇੱਥੇ ਇਹਨਾਂ ਦੇਸਾਂ 'ਚ ਤੁਹਾਡੇ 'ਚ ਵਿਚਰਦੇ ਹਾਂ। ਅਤੇ ਆ ਡਰ ਵੀ ਵਾਲਿਆਂ ਨੂੰ ਤਾਂ ਹੁਣ ਸਮਾਂ ਵੀ ਕਈ ਚਿਰਾਂ ਬਾਅਦ ਹੀ ਮਿਲਿਆ। ਅਤੇ ਜਦੋਂ ਆਈਏ ਅਤੇ ਇੱਥੇ ਫਿਰ ਗੁਰੂ ਘਰ ਨੇੜੇ ਨੇੜੇ ਆ, ਅਤੇ ਉਹ ਬਾਲਸਲ ਜਾਂ ਬੁੱਬਲੇ ਹੈਮਟਾਂ ਲਈ ਜ਼ਿਆਦਾ ਲੈ ਜਾਂਦੇ ਆ, ਪਹਿਲਾਂ ਹੀ ਬੁਕਿੰਗ ਕਰ ਲੈਂਦੇ। ਸੋ ਪਿੱਛੇ ਹੁਣ ਮਹਾਂਪੁਰਖ ਕਾਫੀ ਉੱਧਰੋਂ ਆਏ ਆ, ਕਿਰਪਾ ਕਰ ਗਏ ਆ। ਅਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸੰਗਤ ਦਾ ਪਿਆਰ ਬਣਾਈ ਰੱਖਣ। ਆਪਾਂ ਰਲ ਮਿਲ ਕੇ ਆਪਣੇ ਕਦਮਾਂ ਨੂੰ ਅੱਗੇ ਵਧਾਈਏ, ਚੜ੍ਹਦੀ ਕਲਾ 'ਚ ਤੁਰੀਏ। ਅਤੇ ਉਹ ਦਿਨ ਦੂਰ ਨੇ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਆਂ ਵਾਲੇ, ਉਹਨਾਂ ਦੀ ਕਿਰਪਾ ਦੇ ਪਾਤਰ ਬਣਾਂਗੇ, ਵਾਂਝੇ ਨਹੀਂ ਰਹਾਂਗੇ। ਇਹ ਬੇਨਤੀਆਂ ਸਾਰੇ ਪ੍ਰਵਾਨ ਕਰੀਏ। ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਸਮੁੱਚੇ ਰੂਪ ਧੰਨਵਾਦ ਹੈ। ਮਹਾਰਾਜ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ, ਸਿੱਖੀ, ਸਦਕ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ, ਔਰ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਖਾਲਸਾ ਥੋੜ੍ਹਾ, ਕਹਿੰਦੇ ਸ਼ੇਰ ਕਿੰਨੇ ਕੁ ਹੁੰਦੇ ਜੰਗਲਾਂ 'ਚ, ਪਰ ਜੰਗਲ ਦਾ ਰਾਜਾ ਹੁੰਦਾ। ਪਰ ਕਹਿੰਦੇ ਜਿਵੇਂ ਰਲ ਕੇ ਚੱਲੋਗੇ ਬਰਕਤਾਂ, ਜਿਵੇਂ ਲੋਹੇ ਨੂੰ ਲੋਹਾ ਵੱਢਦਾ ਨਾ, ਖਾਲਸੇ ਨੂੰ ਹੋਰ ਨਹੀਂ, ਜਦੋਂ ਮਰਨਗੇ ਆਪਸ 'ਚ ਮਰਦੇ ਆ ਫੁੱਟਣ। ਜੇ ਰਲ ਕੇ ਚੱਲੋਗੇ ਚੜ੍ਹਦੀਆਂ ਕਲਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।